ਜਿਹੜਾ ਮੈਡੀਸਨ ਕੋਰਸ ਹੈ ਉਹ ਬਹੁਤ ਜ਼ਿਆਦਾ ਸਾਈਡ ਇਫੈਕਟ ਉਹਦੇ ਹੈਗੇ, ਬਹੁਤ ਜ਼ਿਆਦਾ ਸਾਈਡ ਇਫੈਕਟ। ਕੈਂਸਰ ਪੇਸ਼ੈਂਟਸ ਲਈ ਮੈਂ ਬੇਸਿਕਲੀ ਇਹ ਹੁੰਦਾ ਕਿ ਕੋਈ ਵੀ ਸਪੈਸ਼ਲੀ ਅਗਰ ਆਪਾਂ ਲੇਡੀਜ਼ ਦੀ ਗੱਲ ਕਰੀਏ ਤਾਂ ਲੇਡੀਜ਼ ਕਾਫੀ ਜ਼ਿਆਦਾ ਆਪਾਂ ਕਹਿ ਕੌਨਸ਼ੀਅਸ ਹੁੰਦੀਆਂ ਇਸ ਚੀਜ਼ ਨੂੰ ਲੈ ਕੇ ਕਿ ਇੱਕਦਮ ਹੀ ਹੇਅਰ ਰਿਮੂਵ ਹੋ ਜਾਣਾ, ਉਹ ਕਾਫੀ ਜ਼ਿਆਦਾ ਇੱਕ ਉਹਨਾਂ ਨੂੰ ਆਪਾਂ ਕਹਿ ਸਕਦੇ ਕਿ ਝਟਕਾ ਲੱਗ ਜਾਂਦਾ ਉਸ ਚੀਜ਼ ਦਾ। ਪਲਾਸਟਿਕ ਹੇਅਰਸ ਉਹਦੇ ਵਿੱਚ ਐਡ ਆਨ ਹੁੰਦੇ ਆ, ਜੋ ਕਿ ਪਲਾਸਟਿਕ ਹੇਅਰਸ ਕਾਫੀ ਜ਼ਿਆਦਾ ਮੋਟੇ ਹੁੰਦੇ ਆ ਔਰ ਗਰਮੀ 'ਚ ਉਹ ਬਹੁਤ ਜ਼ਿਆਦਾ ਦਿੱਕਤ ਕਰਦੇ ਆ ਕਿਉਂਕਿ ਹੀਟਅਪ ਬਹੁਤ ਜ਼ਿਆਦਾ ਹੋ ਜਾਂਦੇ ਆ। ਪ੍ਰੋਪਰਲੀ ਨਾਨ ਸਰਜੀਕਲ ਟ੍ਰੀਟਮੈਂਟ ਹੈ ਜਿਹੜੀ ਇਹਦੇ ਵਿੱਚ ਸਾਰੀ ਟੇਪਸ ਵਗੈਰਾ ਸਾਰਾ ਸਟੱਫ ਯੂਜ਼ ਹੁੰਦਾ, ਪ੍ਰੋਪਰਲੀ ਮੈਡੀਕੇਟਡ ਸਟੱਫ ਆ, ਸਾਰਾ ਸਕਿਨ ਫ੍ਰੈਂਡਲੀ ਪ੍ਰੋਡਕਟਸ ਆ ਸਾਰੇ। ਅੱਜ ਕੱਲ੍ਹ ਦਾ ਜਿਹੜਾ ਲਾਈਫ ਸਟਾਈਲ ਹੈ ਕਾਫੀ ਜ਼ਿਆਦਾ ਸਟ੍ਰੈਸਫੁਲ ਹੈ। ਪ੍ਰੋਸੀਜਰ ਉਹਦੇ 'ਚ ਇਹ ਹੁੰਦਾ ਕਿ ਜਿੱਦਾਂ ਆਪਾਂ ਨਾਰਮਲੀ ਕੈਪ ਵੇਅਰ ਕਰੀਦੀ ਹੈ, ਸੇਮ ਐਜ਼ ਇਟ ਆਪਾਂ ਉਹਨੂੰ ਵੇਅਰ ਕਰ ਸਕਦੇ ਹਾਂ। ਅਗਰ ਤੁਸੀਂ ਰਾਤ ਨੂੰ ਉਹਨੂੰ ਰਿਮੂਵ ਕਰਕੇ ਸੋਣਾ ਚਾਹੁੰਦੇ ਹੋ, ਉਹ ਈਜ਼ੀਲੀ ਤੁਸੀਂ ਰਿਮੂਵ ਕਰ ਸਕਦੇ ਹੋ। ਹੇਅਰ ਪੈਚਸ ਦੀ ਅਗਰ ਆਪਾਂ ਕੰਪੈਰੀਜ਼ਨ ਦੋਨਾਂ ਦਾ ਕਰੀਏ ਔਰ ਇੱਕ ਇਹਦੇ ਵਿੱਚ ਜਿਹੜੀ ਹੈ ਕਿ 0% ਜਜਮੈਂਟ ਹੈ ਹੇਅਰ ਪੈਚਸ ਦੀ, ਯਾਨੀ ਕੋਈ ਵੀ ਜੱਜ ਨਹੀਂ ਕਰ ਸਕਦਾ ਕਿ ਤੁਹਾਡੇ ਹੇਅਰ ਪੈਚ ਲੱਗਿਆ ਹੋਇਆ ਔਰ ਤੁਸੀਂ ਜਿੱਦਾਂ ਮਰਜ਼ੀ ਸਵੀਮਿੰਗ ਕਰ ਸਕਦੇ, ਕੋਈ ਵੀ ਬਾਈਕ ਚਲਾਓ, ਕੋਈ ਵੀ ਗੇਮ ਖੇਲੋ, ਕੋਈ ਇਸ਼ੂ ਨਹੀਂ ਹੈ। ਕੈਂਸਰ ਪੇਸ਼ੈਂਟ ਹੈ ਉਹਨਾਂ ਲਈ ਆਪਣੇ ਕੋਲ ਸਪੈਸ਼ਲੀ ਕਸਟਮਾਈਜ਼ ਕੀਮੋ ਵਿਗਸ ਹੁੰਦੇ ਆ ਜੋ ਕਿ ਸਪੈਸ਼ਲੀ ਉਹਨਾਂ ਵਾਸਤੇ ਕੈਂਸਰ ਪੇਸ਼ੈਂਟ ਵਾਸਤੇ ਹੁੰਦੇ ਆ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਆਪਣੀ ਸੁੰਦਰਤਾ ਨੂੰ ਵਧਾਉਣਾ ਕਿਹਨੂੰ ਨਹੀਂ ਪਸੰਦ ਤੇ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਨੇ ਸਾਡੇ ਵਾਲ। ਜੀ ਹਾਂ, ਤੇ ਤੁਹਾਨੂੰ ਦੱਸ ਦਈਏ ਕਿ ਕਈ ਲੋਕ ਇਹਨਾਂ ਚੀਜ਼ਾਂ ਤੋਂ ਵਾਂਝੇ ਵੀ ਰਹਿ ਜਾਂਦੇ ਨੇ ਜਾਂ ਫਿਰ ਕਹਿ ਲਓ ਵੀ ਕਈਆਂ ਦੇ ਵਾਲ ਝੜਨੇ ਵੀ ਸ਼ੁਰੂ ਹੋ ਜਾਂਦੇ ਨੇ, ਜਿਸ ਕਾਰਨ ਕਈ ਲੋਕ ਬੇਬਾਕੀ ਦੇ ਨਾਲ ਬਾਹਰ ਨਹੀਂ ਜਾ ਸਕਦੇ ਤੇ ਬਿੰਦਾਸ ਤਰੀਕੇ ਦੇ ਨਾਲ ਸਾਹਮਣੇ ਨਹੀਂ ਆ ਸਕਦੇ। ਪਰ ਜਦੋਂ ਸਾਡੇ ਵਾਲਾਂ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਲੱਗਦਾ ਕਿ ਖੂਬਸੂਰਤੀ ਨੂੰ ਹੋਰ ਵਧਾਉਂਦੇ ਨੇ ਇਹ। ਪਰ ਜਿਹੜੇ ਲੋਕ ਵਾਂਝੇ ਰਹਿ ਜਾਂਦੇ ਨੇ ਜਾਂ ਜਿਨ੍ਹਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ, ਉਹਨਾਂ ਦੇ ਲਈ ਬਹੁਤ ਸਾਰੀਆਂ ਅਜਿਹੀਆਂ ਇਨਵੈਂਸ਼ਨਸ ਹੋਈਆਂ ਨੇ ਜਿਨ੍ਹਾਂ ਨਾਲ ਉਹ ਆਪਣੀ ਖੂਬਸੂਰਤੀ ਨੂੰ ਵਾਪਸ ਲੈ ਸਕਦੇ ਨੇ। ਸੋ ਅਜਿਹੇ ਵਿੱਚ ਹੇਅਰ ਪੈਚਸ ਦੇ ਬਾਰੇ ਜੇਕਰ ਗੱਲ ਕਰੀਏ ਤਾਂ ਹੇਅਰ ਪੈਚਸ ਤੋਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਜੀ ਹਾਂ, ਜਾਣਕਾਰੀ ਲੈਣ ਦੇ ਲਈ ਅਸੀਂ ਪਹੁੰਚੇ ਹਾਂ ਗਰੀਸ਼ ਮਨਚੰਦਾ ਹੋਣਾ ਦੇ ਕੋਲ। ਸੋ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਸੋ ਮਚ ਜੀ। ਗਰੀਸ਼ ਜੀ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੀ ਕਿ ਕਦੋਂ ਇਹ ਜਲੰਧਰ ਦੇ ਵਿੱਚ ਆਇਆ ਔਰ ਤੁਸੀਂ ਕਦੋਂ ਲੈ ਕੇ ਆਏ ਔਰ ਕਿਵੇਂ ਪਤਾ ਲੱਗਿਆ ਇਸ ਚੀਜ਼ ਦੇ ਬਾਰੇ? ਪ੍ਰੋਬੇਬਲੀ ਇਹਨੂੰ ਬਿਜ਼ਨਸ ਨੂੰ ਆਲਮੋਸਟ ਕੋਈ 30 ਇਅਰਸ ਹੋ ਗਏ ਨੇ ਔਰ ਅਗਰ ਆਪਾਂ ਸਿਰਫ ਜਲੰਧਰ ਬ੍ਰਾਂਚ ਦੀ ਗੱਲ ਕਰੀਏ, ਜਲੰਧਰ ਬ੍ਰਾਂਚ ਨੂੰ ਨੀਅਰ ਅਬਾਊਟ 25 ਇਅਰਸ ਹੋ ਗਏ ਨੇ ਔਰ ਜਿਹੜੀ ਸਭ ਤੋਂ ਪਹਿਲੇ ਬ੍ਰਾਂਚ ਸੈਟਅਪ ਕੀਤੀ ਸੀ ਉਹ ਲੁਧਿਆਣੇ ਵਾਲੀ ਬ੍ਰਾਂਚ ਸੈਟਅਪ ਕੀਤੀ ਸੀਗੀ, ਉਹਨੂੰ ਅਪਰੋਕਸ ਕੋਈ 30 ਇਅਰਸ ਹੋ ਗਏ ਨੇ ਜੀ। ਔਰ ਕਾਫੀ ਸਾਰੀ ਬ੍ਰਾਂਚਿਸ ਹੋਰ ਹੈਗੀਆਂ ਜੋ ਕਿ ਆਲ ਓਵਰ ਪੰਜਾਬ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਲ ਓਵਰ ਪੰਜਾਬ 'ਚ ਆਪਣੀ 7 to 8 ਬ੍ਰਾਂਚਿਸ ਹੈਗੀਆਂ। ਅਗਰ ਆਲ ਓਵਰ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ 'ਚ ਆਪਣੇ ਕੋਲ 10 to 12 ਬ੍ਰਾਂਚਿਸ ਹੈਗੀ ਜੀ। ਅੱਛਾ, ਠੀਕ ਹੈ। ਮੈਂ ਗੱਲ ਕਰਾਂਗੀ ਹੇਅਰ ਪੈਚਸ ਦੇ ਬਾਰੇ, ਤੁਸੀਂ ਗੱਲ ਕੀਤੀ ਆ। ਸੋ ਹੇਅਰ ਪੈਚਸ ਤੋਂ ਪਹਿਲਾਂ ਜੇਕਰ ਗੱਲ ਕਰਾਂ ਹੇਅਰ ਟ੍ਰਾਂਸਪਲਾਂਟ ਬਾਰੇ ਵੀ ਲੋਕੀ ਸੋਚਦੇ ਨੇ ਕਿ ਕਿਉਂ ਨਾ ਪਰਮਾਨੈਂਟ ਲਗਵਾ ਲਏ ਜਾਣ। ਸੋ ਪਹਿਲਾਂ ਗੱਲ ਤਾਂ ਹੇਅਰ ਪੈਚਸ ਤੇ ਹੇਅਰ ਟ੍ਰਾਂਸਪਲਾਂਟ ਦੇ ਵਿੱਚ ਕੀ ਡਿਫਰੈਂਸਿਸ ਆ, ਉਹ ਅਸੀਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੀਏ। ਬੇਸਿਕਲੀ ਇਹ 'ਚ ਮੇਨ ਡਿਫਰੈਂਸ ਇਹ ਹੈਗਾ ਕਿ ਜਿਹੜਾ ਅਸੀਂ ਪ੍ਰੋਸੀਜਰ ਹੈ ਸਾਰਾ ਉਹ ਹੈਗਾ ਨਾਨ ਸਰਜੀਕਲ ਹੈ ਸਾਰਾ ਟ੍ਰੀਟਮੈਂਟ ਹੈ। ਔਰ ਜੇ ਅਗਰ ਟ੍ਰਾਂਸਪਲਾਂਟ ਦੀ ਗੱਲ ਕਰੀਏ ਉਹ ਪ੍ਰੋਪਰਲੀ ਇੱਕ ਸਰਜੀਕਲ ਤਰੀਕਾ ਹੈ ਨਾਲ ਕੀਤਾ ਜਾਂਦਾ, ਜੋ ਕਿ ਤੁਹਾਨੂੰ ਪਤਾ ਕਿ ਕਾਫੀ ਜ਼ਿਆਦਾ ਸਾਈਡ ਇਫੈਕਟ ਉਹਦੇ ਜੋ ਕਿ ਸਾਹਮਣੇ ਆ ਚੁੱਕੇ ਹੈ ਔਰ ਨੋ ਡਾਊਟ ਉਹਦੇ ਰਿਜ਼ਲਟ ਜਿਹੜੇ ਹੈ ਕਾਫੀ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੁੰਦੇ ਆ, ਕਾਫੀ ਜ਼ਿਆਦਾ ਟਾਈਮ ਲੈਂਦੇ ਉਹ ਚੀਜ਼ ਨੂੰ। ਬਟ ਇਹਦੀ ਅਗਰ ਆਪਾਂ ਗੱਲ ਕਰੀਏ ਕਿ ਡਿਸਐਡਵਾਂਟੇਜਸ ਇਹਦੀ ਹੈ ਕਿ ਇੱਕ ਤਾਂ ਇਹਦੇ 'ਚ ਸਪੈਸ਼ਲੀ ਗਰੋਥ ਨਹੀਂ ਆਪਾਂ ਜਿੰਨੀ ਆਪਾਂ ਨੂੰ ਹੇਅਰ ਪੈਚਸ 'ਚ ਗਰੋਥ ਮਿਲ ਸਕਦੀ ਹੈ, ਉਨੀ ਟ੍ਰਾਂਸਪਲਾਂਟ ਦੇ ਵਿੱਚ ਆਪਾਂ ਨੂੰ ਗਰੋਥ ਨਹੀਂ ਮਿਲ ਸਕਦੀ। ਔਰ ਸਪੈਸ਼ਲੀ ਅਗਰ ਆਪਾਂ ਕੋਈ ਵੀ ਬੈਸਟ ਟੂ ਬੈਸਟ ਡਾਕਟਰ ਕੋਲ ਅਗਰ ਆਪਾਂ ਜਾਂਦੇ ਹਾਂ ਤਾਂ ਉਹ ਤਕਰੀਬਨ ਕੋਈ ਵੀ 100% ਗਰੰਟੀ ਨਹੀਂ ਦਿੰਦਾ ਕਿ ਤੁਹਾਡੀ ਜਿਹੜੀ ਗਰੋਥ ਹੈ ਉਹ ਵਾਪਸ ਆਏਗੀ। ਔਰ ਦੂਸਰੀ ਚੀਜ਼ ਇਹ ਹੈ ਕਿ ਅਗਰ ਆਪਾਂ ਪ੍ਰੋਪਰ ਜਿਹੜਾ ਟ੍ਰਾਂਸਪਲਾਂਟ ਦਾ ਕੋਰਸ ਹੈ ਉਹਦੇ ਵਿੱਚ ਉਹ ਮੈਡੀਸਨ ਦਿੰਦਾ ਇੱਕ ਮੈਡੀਸਨ ਔਰ ਉਹ ਇੰਨੀ ਕੁ ਜ਼ਿਆਦਾ ਹਾਰਮਫੁਲ ਮੈਡੀਸਨ ਹੈ ਅਤੇ ਉਹ ਤੁਹਾਨੂੰ ਲੈਣੀ ਹੀ ਪੈਣੀ ਹੈ। ਯਾਨੀ ਅਗਰ ਤੁਸੀਂ ਉਹ ਨਹੀਂ ਲੈਂਦੇ ਤਾਂ ਉਹ ਤੁਹਾਡੀ ਪ੍ਰੋਪਰ ਉਹਨੇ ਗਰੋਥ ਨਹੀਂ ਆ ਪਾਏਗੀ। ਕੋਈ ਵੀ ਤੁਸੀਂ ਡਾਕਟਰ ਕੋਲ ਜਾਂਦੇ ਉਹਨੇ ਤੁਹਾਨੂੰ ਪ੍ਰੋਪਰਲੀ ਇੱਕ ਪੂਰਾ ਇੱਕ ਬਰੀਫਕੇਸ ਬਣਾ ਕੇ ਦੇਣਾ ਉਹ ਮੈਡੀਸਨਸ ਦਾ, ਜੋ ਕਿ ਕਾਫੀ ਜ਼ਿਆਦਾ ਅਗਰ ਆਪਾਂ ਗੱਲ ਕਰੀਏ ਕਿ ਮੈਨਸ ਦੇ ਵਾਸਤੇ ਉਹ ਕਾਫੀ ਜ਼ਿਆਦਾ ਸਾਈਡ ਇਫੈਕਟ ਹੈਗਾ ਉਹਦੇ ਲਈ। ਸਾਈਡ ਇਫੈਕਟ ਇਨ ਦ ਸੈਂਸ ਗੱਲ ਕਰੀਏ ਕਿ ਜਿੱਦਾਂ ਆਪਾਂ ਕਹਿ ਸਕਦੇ ਕਿ ਕਾਫੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਇਨ ਫਿਊਚਰ। ਅਗਰ ਆਪਾਂ ਆਪਣੀ ਫੈਮਿਲੀ ਨੂੰ ਅਗਰ ਆਪਾਂ ਨਿਊਲੀ ਮੈਰਿਜ ਕੋਈ ਵੀ ਹੈਗਾ ਵਾ ਉਹ ਆਪਣੀ ਫੈਮਿਲੀ ਨੂੰ ਅੱਗੇ ਨਹੀਂ ਵਧਾ ਸਕਦਾ, ਯਾਨੀ ਕਿ ਇੰਨੀ ਜ਼ਿਆਦਾ ਉਹ ਸਾਈਡ ਇਫੈਕਟ ਉਹਦੇ ਹੈਗੇ। ਜਿਹੜੇ ਹੇਅਰ ਟ੍ਰਾਂਸਪਲਾਂਟ ਕਰਾਉਂਦੇ ਆ, ਜਿਹੜੀ ਉਹਦੀਆਂ ਦਵਾਈਆਂ ਮਿਲਦੀਆਂ ਨੇ, ਉਹਦੇ ਇੰਨੇ ਕੁ ਜ਼ਿਆਦਾ ਨੁਕਸਾਨ ਹੈ ਕਿ ਤੁਸੀਂ ਫੈਮਿਲੀ ਪਲੈਨਿੰਗ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਸਕਦੀ ਤੁਹਾਨੂੰ ਉਹਦੇ ਵਿੱਚ।
ਅੱਛਾ ਜੀ, ਹੇਅਰ ਪੈਚਿਸ ਦੀ ਗੱਲ ਕਰਾਂ ਜਿੱਦਾਂ ਹੁਣ ਤੁਸੀਂ ਹੇਅਰ ਟ੍ਰਾਂਸਪਲਾਂਟ ਦੀ ਡਿਸਐਡਵਾਂਟੇਜਸ ਦੱਸਦੇ ਸੀਗੇ, ਇਹਨਾਂ ਦੇ ਨੁਕਸਾਨ ਦੱਸ ਰਹੇ ਸੀਗੇ। ਸੋ ਇਹਨਾਂ ਦੇ ਹੋਰ ਨੁਕਸਾਨ ਵੀ ਜ਼ਰੂਰ ਜਾਣਾਂਗੇ, ਪਰ ਹੇਅਰ ਪੈਚਿਸ ਦੇ ਵੀ ਕੋਈ ਨੁਕਸਾਨ ਹੁੰਦੇ ਨੇ, ਉਹਨਾਂ ਬਾਰੇ ਵੀ ਜ਼ਰੂਰ ਦੱਸਿਓ। ਇਹਦੇ ਕੋਈ ਵੀ ਨੁਕਸਾਨ ਨਹੀਂ ਹੈ। ਇਹਦੇ 'ਚ ਇਹ ਹੈ ਕਿ ਜਿਹੜਾ ਸਾਰਾ ਪ੍ਰੋਸੀਜਰ ਹੈ ਪ੍ਰੋਪਰਲੀ ਨਾਨ ਸਰਜੀਕਲ ਟਰੀਟਮੈਂਟ ਹੈ ਇਹ। ਜਿਹੜੀ ਇਹਦੇ ਵਿੱਚ ਸਾਰੀ ਟੇਪਸ ਵਗੈਰਾ ਸਾਰਾ ਸਟੱਫ ਯੂਜ਼ ਹੁੰਦਾ ਪ੍ਰੋਪਰਲੀ ਮੈਡੀਕੇਟਡ ਸਟੱਫ ਆ, ਸਾਰਾ ਸਕਿਨ ਫ੍ਰੈਂਡਲੀ ਪ੍ਰੋਡਕਟਸ ਆ ਸਾਰੇ। ਔਰ ਇਹਦੇ 'ਚ ਇਹ ਹੈ ਕਿ ਆਪਾਂ ਨੂੰ ਇਨਸਟੈਂਟ ਰਿਜ਼ਲਟ ਮਿਲ ਸਕਦਾ। ਜਿੱਦਾਂ ਕਿ ਟ੍ਰਾਂਸਪਲਾਂਟ ਦੀ ਅਗਰ ਗੱਲ ਕਰੀਏ, ਦੋਨਾਂ ਦੇ ਕੰਪੈਰੀਜ਼ਨ ਅਗਰ ਕਰੀਏ ਤਾਂ ਟ੍ਰਾਂਸਪਲਾਂਟ ਦੇ ਵਿੱਚ ਆਪਾਂ ਨੂੰ ਨੀਅਰ ਅਬਾਊਟ ਅਗਰ ਆਪਾਂ ਗੱਲ ਕਰੀਏ ਤਾਂ ਘੱਟੋ ਘੱਟ ਵੀ ਆਪਾਂ ਨੂੰ 3-4 ਮਹੀਨੇ ਜਿਹੜੇ ਉਹ ਚਾਹੀਦੇ ਹੁੰਦੇ ਰਿਜ਼ਲਟ ਵਾਸਤੇ। ਔਰ ਇਹਦੇ ਵਿੱਚ ਤੁਹਾਨੂੰ ਇਨਸਟੈਂਟ 1 ਘੰਟੇ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਜੀ। ਅੱਛਾ, ਜੇਕਰ ਗੱਲ ਕਰਾਂ ਹੇਅਰ ਪੈਚਿਸ ਹੀ ਕਿਉਂ ਲੈਣੇ ਚਾਹੀਦੇ ਆ, ਇਹਨਾਂ ਬਾਰੇ ਵੀ ਜ਼ਰੂਰ ਦੱਸੋ, ਕਿਉਂਕਿ ਬਹੁਤ ਸਾਰੇ ਲੋਕ ਫਿਰ ਜਿੱਦਾਂ ਕਿ ਮੈਂ ਸ਼ੁਰੂਆਤੀ ਕਿਹਾ ਕਿ ਲੋਕ ਚਾਹੁੰਦੇ ਆ ਕਿ ਸਾਡੇ ਸਿਰ ਤੇ ਵਾਲ ਪਰਮਾਨੈਂਟ ਹੀ ਹੋ ਜਾਣ, ਹਨਾ, ਪਰ ਹੇਅਰ ਪੈਚਿਸ ਹੀ ਕਿਉਂ? ਹੇਅਰ ਪੈਚਿਸ ਇਸ ਕਰਕੇ ਕਿਉਂਕਿ ਜਿੱਦਾਂ ਕਿ ਮੈਂ ਤੁਹਾਨੂੰ ਬਿਫੋਰ ਦੱਸਿਆ ਕਿ ਇੱਕ ਤਾਂ ਜਿਹੜਾ ਮੈਡੀਸਨ ਕੋਰਸ ਹੈ ਉਹ ਬਹੁਤ ਜ਼ਿਆਦਾ ਸਾਈਡ ਇਫੈਕਟ ਉਹਦੇ ਹੈਗੇ, ਬਹੁਤ ਜ਼ਿਆਦਾ ਸਾਈਡ ਇਫੈਕਟ। ਔਰ ਇਹਦੇ 'ਚ ਹੇਅਰ ਪੈਚਿਸ ਦੀ ਅਗਰ ਆਪਾਂ ਕੰਪੈਰੀਜ਼ਨ ਦੋਨਾਂ ਦਾ ਕਰੀਏ, ਔਰ ਇੱਕ 'ਚ ਇਹਦੇ ਵਿੱਚ ਜਿਹੜੀ ਹੈ ਕਿ 0% ਜਜਮੈਂਟ ਹੈ ਹੇਅਰ ਪੈਚਿਸ ਦੀ। ਯਾਨੀ ਕੋਈ ਵੀ ਜੱਜ ਨਹੀਂ ਕਰ ਸਕਦਾ ਕਿ ਤੁਹਾਡੇ ਹੇਅਰ ਪੈਚ ਲੱਗਿਆ ਹੋਇਆ, ਔਰ ਤੁਸੀਂ ਜਿੱਦਾਂ ਮਰਜ਼ੀ ਸਵੀਵਿੰਗ ਕਰ ਸਕਦੇ, ਕੋਈ ਵੀ ਬਾਈਕ ਚਲਾਓ, ਕੋਈ ਵੀ ਗੇਮ ਖੇਲੋ, ਕੋਈ ਇਸ਼ੂ ਨਹੀਂ ਹੈ। ਬੇਸਿਕਲੀ ਤੁਸੀਂ ਅੱਧਾ ਟਰੀਟ ਕਰਨਾ ਕਿ ਤੁਹਾਡੇ ਜਿਹੜੇ ਆਪਣੇ ਨੈਚੁਰਲ ਹੇਅਰਸ ਆਏ। ਅੱਛਾ, ਤੇ ਹੇਅਰ ਪੈਚਿਸ ਤੋਂ ਇਲਾਵਾ ਹੋਰ ਕਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਹੇਅਰ ਟ੍ਰਾਂਸਪਲਾਂਟ ਤੋਂ ਇਲਾਵਾ ਕਰਵਾ ਲੈਣੀਆਂ ਚਾਹੀਦੀਆਂ ਨੇ, ਜਾਂ ਤੁਸੀਂ ਜਿਹੜੀਆਂ ਪ੍ਰੋਵਾਈਡ ਕਰਦੇ ਹੋ? ਮੈਮ ਆਪਣੇ ਕੋਲ ਸਾਰੀ ਤਰ੍ਹਾਂ ਦੀ ਸਰਵਿਸਿਜ਼ ਅਵੇਲੇਬਲ ਹੈ। ਜਿੱਦਾਂ ਸਪੈਸ਼ਲੀ ਅਗਰ ਆਪਾਂ ਗੱਲ ਕਰੀਏ ਕੋਈ ਵੀ ਕੈਂਸਰ ਪੇਸ਼ੈਂਟ ਹੈ, ਉਹਨਾਂ ਲਈ ਆਪਣੇ ਕੋਲ ਸਪੈਸ਼ਲੀ ਕਸਟਮਾਈਜ਼ ਕੀਮੋਵਿਗਸ ਹੁੰਦੇ ਆ, ਜੋ ਕਿ ਸਪੈਸ਼ਲੀ ਉਹਨਾਂ ਵਾਸਤੇ ਕੈਂਸਰ ਪੇਸ਼ੈਂਟ ਵਾਸਤੇ ਹੁੰਦੇ ਆ। ਔਰ ਅਗਰ ਆਪਾਂ ਲੇਡੀਜ਼ ਪੈਚਿਸ ਦੀ ਗੱਲ ਕਰੀਏ, ਜਿਨ੍ਹਾਂ ਦੇ ਮੇਨਲੀ ਕੀ ਹੁੰਦਾ ਕਿ ਕਈ ਲੇਡੀਜ਼ ਦੇ ਕਰਾਊਨ ਏਰੀਆ 'ਚੋਂ ਕਾਫੀ ਜ਼ਿਆਦਾ ਜਿਹੜੀ ਹੇਅਰਸ ਦੀ ਡੈਂਸਿਟੀ ਹੈ ਕਾਫੀ ਜ਼ਿਆਦਾ ਲਾਈਟ ਹੁੰਦੀ ਹੈ। ਉਹਨਾਂ ਨੂੰ ਅਗਰ ਆਪਾਂ ਥੋੜਾ ਹੈਵੀ ਦਿਖਾਉਣਾ ਚਾਹੁੰਦੇ, ਡੈਂਸਿਟੀ ਹੈ ਜਿਹੜੀ ਉਹ ਥੋੜੀ ਵਧਾਉਣਾ ਚਾਹੁੰਦੇ ਹਾਂ, ਉਹਦੇ ਵਾਸਤੇ ਹੇਅਰ ਟੌਪਰਸ ਐਂਡ ਹੇਅਰ ਪੈਚਿਸ ਅਵੇਲੇਬਲ ਹੁੰਦੇ ਆ। ਔਰ ਅਗਰ ਸਪੈਸ਼ਲੀ ਅਗਰ ਆਪਾਂ ਜੋ ਚੀਜ਼ ਟਰੈਂਡਿੰਗ ਦੇ ਵਿੱਚ ਚੱਲਦੀ ਪਈ ਹੈ, ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੋਏਗਾ ਲੇਡੀਜ਼ ਐਕਸਟੈਂਸ਼ਨ ਚੱਲ ਰਹੀਆਂ, ਜੋ ਕਿ ਕਾਫੀ ਲੇਡੀਜ਼ ਦੀ ਰਿਕੁਆਇਰਮੈਂਟ ਰਹਿੰਦੀ ਹੈ ਕਿ ਉਹਨਾਂ ਦੀ ਜਿਹੜੀ ਬਾਲਾਂ ਦੀ ਲੈਂਥ ਉਹ ਥੋੜੀ ਲੰਬੀ ਹੋਣੀ ਚਾਹੀਦੀ ਹੈ। ਤੇ ਲੇਡੀ ਆਪਣਾ ਐਕਸਟੈਂਸ਼ਨਸ, ਹੇਅਰ ਐਕਸਟੈਂਸ਼ਨਸ ਵੀ ਆਪਣੇ ਕੋਲ ਅਵੇਲੇਬਲ ਆ। ਔਰ ਇਹ ਜਿਹੜੇ ਸਾਰੇ ਪ੍ਰੋਡਕਟਸ ਆਪਣੇ ਕੋਲ ਹੁੰਦੇ ਉਹ 100% ਹਿਊਮਨ ਹੇਅਰਸ ਹੁੰਦੇ ਆ, ਗਰੰਟਿਡ। ਅੱਛਾ, ਜੇਕਰ ਗੱਲ ਕਰਾਂ, ਤੁਸੀਂ ਜਿਵੇਂ ਕਿਹਾ ਕਿ ਕੈਂਸਰ ਪੇਸ਼ੈਂਟਸ ਵਾਸਤੇ ਤੁਹਾਡੇ ਕੋਲ ਕੀਮੋ ਵਿਗਸ ਹੁੰਦੀਆਂ ਨੇ, ਕੀਮੋ ਵਿਗਸ ਕੀ ਹੁੰਦੀਆਂ ਨੇ, ਕਿਵੇਂ ਇਸਤੇਮਾਲ ਕਰਦੇ ਆ, ਕਿ ਉਹ ਕੈਂਸਰ ਪੇਸ਼ੈਂਟਸ ਲਈ ਫਾਇਦੇਮੰਦ ਹੁੰਦੀਆਂ ਜਾਂ ਫਿਰ ਉਹਨਾਂ ਨੂੰ ਨੁਕਸਾਨ ਕਰਦੀਆਂ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਡਿਟੇਲ ਦੇ ਵਿੱਚ ਜ਼ਰੂਰ ਦੱਸਿਓ। ਕੈਂਸਰ ਪੇਸ਼ੈਂਟਸ ਲਈ ਮੈਮ ਬੇਸਿਕਲੀ ਇਹ ਹੁੰਦਾ ਕਿ ਕੋਈ ਵੀ ਸਪੈਸ਼ਲੀ ਅਗਰ ਆਪਾਂ ਲੇਡੀਜ਼ ਦੀ ਗੱਲ ਕਰੀਏ ਤਾਂ ਲੇਡੀਜ਼ ਕਾਫੀ ਜ਼ਿਆਦਾ ਆਪਾਂ ਕਹਿ ਕੌਨਸ਼ੀਅਸ ਹੁੰਦੀਆਂ ਇਸ ਚੀਜ਼ ਨੂੰ ਲੈ ਕੇ ਕਿ ਇੱਕਦਮ ਹੀ ਹੇਅਰ ਰਿਮੂਵ ਹੋ ਜਾਣਾ, ਉਹ ਕਾਫੀ ਜ਼ਿਆਦਾ ਇੱਕ ਉਹਨਾਂ ਨੂੰ ਆਪਾਂ ਕਹਿ ਸਕਦੇ ਕਿ ਝਟਕਾ ਲੱਗ ਜਾਂਦਾ ਉਸ ਚੀਜ਼ ਦਾ। ਅਤੇ ਉਸ ਚੀਜ਼ ਤੋਂ ਆਪਾਂ ਇਹ ਹੈ ਕਿ ਜਿਹੜਾ ਆਪਾਂ ਕੀਮੋਵਿਗਸ ਦੀ ਅਗਰ ਗੱਲ ਕਰੀਏ ਤਾਂ ਪ੍ਰੋਪਰਲੀ ਤੁਹਾਨੂੰ 100% ਜਿਹੜਾ ਲੁੱਕ ਦੇ ਦਿੰਦੀ ਹੈ ਕਿ ਆਪਾਂ ਕੋਈ ਵੀ ਜਿੱਦਾਂ ਆਪਾਂ ਕਿਤੇ ਵੀ ਜਾਣੇ ਹੈਗੇ, ਪਾਰਟੀ ਫੰਕਸ਼ਨ ਵਗੈਰਾ ਆਪਾਂ ਜਾਣੇ ਹੈਗੇ ਅਤੇ ਆਪਾਂ ਉਹ ਵੇਅਰ ਕਰਕੇ ਈਜ਼ੀਲੀ ਜਾ ਸਕਦੇ ਹਾਂ। ਪ੍ਰੋਸੀਜਰ ਉਹਦੇ 'ਚ ਇਹ ਹੁੰਦਾ ਕਿ ਜਿੱਦਾਂ ਆਪਾਂ ਨੋਰਮਲੀ ਕੈਪ ਵੇਅਰ ਕਰੀਦੀ ਹੈ, ਸੇਮ ਐਜ਼ ਇਟ ਇਜ਼ ਆਪਾਂ ਉਹਨੂੰ ਵੇਅਰ ਕਰ ਸਕਦੇ ਹਾਂ। ਅਗਰ ਤੁਸੀਂ ਰਾਤ ਨੂੰ ਉਹਨੂੰ ਰਿਮੂਵ ਕਰਕੇ ਸੋਣਾ ਚਾਹੁੰਦੇ ਹੋ, ਉਹ ਈਜ਼ੀਲੀ ਤੁਸੀਂ ਰਿਮੂਵ ਕਰ ਸਕਦੇ ਹੋ। ਔਰ ਉਹਦੇ 'ਚ ਇਹ ਹੈ ਕਿ 0% ਜਜਮੈਂਟ ਹੈ, ਯਾਨੀ ਕੋਈ ਵੀ ਉਹ ਜੱਜ ਨਹੀਂ ਕਰ ਸਕਦਾ ਕਿ ਤੁਹਾਡੇ ਵਿਗ ਲੱਗਿਆ ਹੋਇਆ ਜਾਂ ਐਕਸਟੈਂਸ਼ਨ ਤੁਸੀਂ ਕੀਤੀਆਂ, ਕਿਉਂਕਿ 100% ਹਿਊਮਨ ਹੇਅਰਸ ਆ, ਪ੍ਰੋਪਰਲੀ ਵਰਜਨ ਹੇਅਰਸ ਆਏ। ਔਰ ਤੁਸੀਂ ਜਿੱਦਾਂ ਮਰਜ਼ੀ ਦੀ ਸਟਾਈਲਿੰਗ ਕਰ ਸਕਦੇ ਹੋ, ਉਹ ਅਪ ਟੂ ਯੂ ਕਿ ਜਿੱਦਾਂ ਤੁਹਾਨੂੰ ਤੁਸੀਂ ਪ੍ਰੋਪਰਲੀ ਇਹ 'ਤੇ ਕੋਈ ਵੀ ਕੈਮੀਕਲਾਈਜੇਸ਼ਨ ਹੈਗੀ ਆ ਤੁਸੀਂ ਉੱਤੇ ਅਪਲਾਈ ਕਰ ਸਕਦੇ ਹੋ ਈਜ਼ੀਲੀ, ਕਿਉਂਕਿ 100% ਹਿਊਮਨ ਹੇਅਰਸ ਹੈ। ਔਰ ਅਗਰ ਆਪਾਂ ਗੱਲ ਕਰੀਏ ਕਿ ਜਿਹੜੇ ਹੋਰ ਵੀ ਸਰਵਿਸਿਜ਼ ਦੇ ਰਹੇ ਹੈਗੇ ਹੇਅਰ ਪੈਚਿਸ ਦੀਆਂ, ਅਤੇ ਉਹ ਬੇਸਿਕਲੀ ਕੀ ਹੁੰਦਾ ਕਿ ਕੋਈ ਵੀ ਆਪਣੇ ਕੋਲ ਜਿਹੜਾ ਮੇਰੇ ਕੋਲ ਨਹੀਂ ਵੀ ਆਉਂਦਾ, ਇਨ ਕੇਸ ਕਿਤੇ ਹੋਰ ਵੀ ਜਾ ਰਿਹਾ, ਉਹ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੇ ਕਿ ਪ੍ਰੋਪਰਲੀ ਅਗਰ ਤੁਹਾਨੂੰ ਜਿਹੜੀ ਚੀਜ਼ ਪ੍ਰੋਵਾਈਡ ਹੋ ਰਹੀ ਹੈ ਪ੍ਰੋਪਰਲੀ 100% ਹਿਊਮਨ ਹੇਅਰਸ ਹੀ ਹੋਣ, ਕਿਉਂਕਿ ਮੇਰੇ ਕੋਲ ਤੁਹਾਨੂੰ ਫॉर ਗਰੰਟਿਡ ਜਿਹੜੇ ਹੈਗੇ ਕਿ 100% ਹਿਊਮਨ ਹੇਅਰਸ ਹੀ ਮਿਲੂਗੇ। ਕਿਉਂਕਿ ਮੇਨਲੀ ਜਿਹੜੇ ਵੀ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਹੋ ਉਹ ਕਾਫੀ ਜ਼ਿਆਦਾ ਮਤਲਬ ਕਿਆ ਕਹਿ ਸਕਦੇ ਹਾਂ ਕਿ ਕਸਟਮਰ ਸੈਟਿਸਫਾਈ ਨਹੀਂ ਹੋ ਪਾਉਂਦੇ। ਔਰ ਉਹ ਜਦੋਂ ਫਿਰ ਮੇਰੇ ਕੋਲ ਵਿਜ਼ਿਟ ਕਰਦੇ ਕਿ ਸਰ ਮੈਂ ਕਿਸੇ ਹੋਰ ਜਗ੍ਹਾ ਤੋਂ ਲਗਵਾਇਆ ਸੀਗਾ ਹੇਅਰ ਪੈਚ ਜਾਂ ਹੇਅਰ ਵਿਗ ਦੀ ਗੱਲ ਕਰੀਏ, ਉਹ ਬੇਸਿਕਲੀ ਕੀ ਹੁੰਦਾ ਕਿ ਪਲਾਸਟਿਕ ਹੇਅਰਸ ਉਹਦੇ ਵਿੱਚ ਐਡ ਆਨ ਹੁੰਦੇ, ਜੋ ਕਿ ਪਲਾਸਟਿਕ ਹੇਅਰਸ ਕਾਫੀ ਜ਼ਿਆਦਾ ਮੋਟੇ ਹੁੰਦੇ ਆ ਔਰ ਗਰਮੀ 'ਚ ਉਹ ਬਹੁਤ ਜ਼ਿਆਦਾ ਦਿੱਕਤ ਕਰਦੇ ਆ, ਕਿਉਂਕਿ ਹੀਟਅਪ ਬਹੁਤ ਜ਼ਿਆਦਾ ਹੋ ਜਾਂਦੇ ਆ। ਔਰ ਮੇਰੇ ਕੋਲ ਜਿਹੜੀ ਕੁਆਲਿਟੀ ਹੈ ਉਹ 100% ਹਿਊਮਨ ਹੇਅਰਸ ਹੈ, ਉਹ 'ਚ ਤੁਸੀਂ ਜਿੱਦਾਂ ਮਰਜ਼ੀ ਉਹਦੇ 'ਚ ਕੈਮੀਕਲਾਈਜੇਸ਼ਨ ਅਪਲਾਈ ਕਰ ਸਕਦੇ ਹੋ, ਕੋਈ ਸਾਈਡ ਇਫੈਕਟ ਨਹੀਂ ਉਸ ਚੀਜ਼ ਦਾ। ਅੱਛਾ, ਪਲਾਸਟਿਕ ਹੇਅਰਸ ਦੀ ਗੱਲ ਹੋਈ ਹੈ ਤਾਂ ਜਿਵੇਂ ਤੁਸੀਂ ਦੱਸਿਆ ਕਿ ਕਈ ਲੋਕ ਪਲਾਸਟਿਕ ਹੇਅਰਸ ਯੂਜ਼ ਕਰਦੇ ਉਹ ਹੀਟਨ ਅਪ ਹੋ ਜਾਂਦੇ ਨੇ, ਤੇ ਹੋਰ ਕਿਹੜੇ ਨੁਕਸਾਨ ਹੁੰਦੇ ਨੇ ਜੇਕਰ ਪਲਾਸਟਿਕ ਹੇਅਰ ਯੂਜ਼ ਕਰਦੇ ਨੇ ਲੋਕ? ਪਲਾਸਟਿਕ ਹੇਅਰਸ ਦੇ ਮੇਨਲੀ ਇੱਕ ਤਾਂ ਇਹ ਨੁਕਸਾਨ ਹੁੰਦੇ ਕਿ ਹੀਟਅਪ ਬਹੁਤ ਜ਼ਿਆਦਾ ਹੋ ਜਾਂਦੇ ਆ, ਔਰ ਤੁਹਾਡੇ ਕੀ ਹੈ ਕਿ ਹੀਟਅਪ ਜਿੰਨਾ ਜ਼ਿਆਦਾ ਹੋਏਗਾ ਉਹ ਸਕੈਲਪ 'ਤੇ ਤੁਹਾਡੇ ਕੀ ਹੈ ਰੈਸ਼ਿਜ਼ ਵੀ ਕਰ ਸਕਦਾ ਹੈ, ਔਰ ਕੀ ਹੈ ਸਕਿਨ ਦੀ ਕਾਫੀ ਸਾਰੀ ਪ੍ਰੋਬਲਮਸ ਜਿਹੜੀਆਂ ਹੋ ਸਕਦੀਆਂ। ਔਰ ਦੂਸਰੀ ਚੀਜ਼ ਇਹ ਹੈ ਕਿ ਜਿੰਨੇ ਵੀ ਲੋਕ ਯੂਜ਼ ਕਰ ਰਹੇ ਹੇਅਰ ਪੈਚਿਸ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ
ਪਲਾਸਟਿਕ ਹੇਅਰਸ ਕੀ ਹੁੰਦੇ, ਟੈਂਗਲਸ ਬਹੁਤ ਜ਼ਿਆਦਾ ਪੈ ਜਾਂਦੇ ਉਹਦੇ ਵਿੱਚ। ਟੈਂਗਲਸ ਜਦੋਂ ਪੈ ਜਾਂਦੇ, ਕਿਉਂਕਿ ਪਲਾਸਟਿਕ ਹੇਅਰ ਓਬਵੀਅਸਲੀ ਮੋਟਾ ਹੁੰਦਾ ਹੈ ਔਰ ਟੈਂਗਲਸ ਕਾਫੀ ਜ਼ਿਆਦਾ ਪੈ ਜਾਂਦੇ ਉਹਦੇ ਵਿੱਚ। ਔਰ ਕੀ ਹੈ, ਫਿਰ ਜਦੋਂ ਆਪਾਂ ਟੈਂਗਲਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਫਿਰ ਕੀ ਹੈ, ਬਾਲ ਬ੍ਰੇਕ ਹੋਣੇ ਸ਼ੁਰੂ ਹੋ ਜਾਂਦੇ ਉਹਦੇ ਤੋਂ। ਤੇ ਜੋ ਕਿ ਕਾਫੀ ਵੱਡਾ ਆਪਾਂ ਕਹਿ ਸਕਦੇ ਡਿਸਐਡਵਾਂਟੇਜ ਹੈ, ਕਿਉਂਕਿ ਜਦੋਂ ਬਾਲ ਨਿਕਲਣੇ ਸ਼ੁਰੂ ਹੋ ਗਏ, ਫਿਰ ਉਹ ਪੈਚਸ ਪੈਣੇ ਸ਼ੁਰੂ ਹੋ ਜਾਣੇ ਆ ਹਰ ਪਾਸੇ। ਪੈਚ ਹੈ ਜਾਂ ਵਿਗ, ਆਪਾਂ ਵਿਗ ਦੀ ਗੱਲ ਕਰੀਏ, ਉਹ ਪ੍ਰੋਪਰ ਇੱਕ ਸਰਕਲ ਦੇ ਵਿੱਚ ਪੈਚਸ ਪੈਣਾ ਸ਼ੁਰੂ ਹੋ ਜਾਊਗੇ, ਜੋ ਕਿ ਕਾਫੀ ਜ਼ਿਆਦਾ, ਉਹ ਚੀਜ਼ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਬੁਰਾ ਲੱਗਦਾ ਦੇਖਣ 'ਚ। ਅੱਛਾ, ਜੇਕਰ ਮੈਂ ਗੱਲ ਕਰਾਂ, ਜਿਵੇਂ ਤੁਸੀਂ ਇਹ ਡਮੀਜ਼ ਰੱਖੀਆਂ, ਡੈਮੋਜ਼ ਰੱਖੀਆਂ, ਸੋ ਇਹ ਪਿਓਰ, ਮਤਲਬ ਜੇਕਰ ਗੱਲ ਕਰਾਂ ਤਾਂ ਪ੍ਰੋਪਰ ਹਿਊਮਨ ਹੇਅਰਸ ਨੇ? 100% ਹਿਊਮਨ ਹੇਅਰਸ ਹੈ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਪ੍ਰੋਪਰਲੀ 100% ਹਿਊਮਨ ਹੇਅਰਸ ਹੈ। ਇਹਨੂੰ ਤੁਸੀਂ ਜਿੱਦਾਂ ਮਰਜ਼ੀ ਸਟਾਈਲਿੰਗ ਕਰ ਸਕਦੇ ਹੋ, ਉਹ ਅਪ ਟੂ ਯੂ ਕਿ ਤੁਸੀਂ ਇੱਥੇ ਸਪਰੇ, ਵੈਕਸ, ਜੋ ਮਰਜ਼ੀ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ, ਕਿਉਂਕਿ 100% ਹਿਊਮਨ ਹੇਅਰਸ ਆ, ਇਹਨਾਂ ਨੂੰ ਕੋਈ ਵੀ ਫਰਕ ਨਹੀਂ ਪਏਗਾ। ਔਰ ਇੱਥੇ ਤੁਸੀਂ ਡਰਾਇਰ, ਆਇਨਿੰਗ ਵਗੈਰਾ ਕੁਝ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਅਗਰ ਆਪਾਂ ਇਹੀ ਗੱਲ ਕਰੀਏ, ਅਗਰ ਇਹ ਪਲਾਸਟਿਕ ਹੇਅਰਸ ਹੋਣ, ਤੁਸੀਂ ਉੱਥੇ ਡਰਾਇਰ ਨਹੀਂ ਕਰ ਸਕਦੇ, ਕਿਉਂਕਿ ਉਹ ਇਸ ਕਰਕੇ, ਕਿਉਂਕਿ ਉਹ ਬਰਨ ਹੋਣੇ ਸ਼ੁਰੂ ਹੋ ਜਾਏ, ਔਰ ਇਕੱਠੇ ਹੋਣੇ ਸ਼ੁਰੂ ਹੋ ਜਾਏਗਾ, ਔਰ ਬਰਨ ਹੋਣੇ ਸ਼ੁਰੂ ਹੋ ਜਾਊਗੇ। ਇਹ 100% ਹਿਊਮਨ ਹੇਅਰਸ ਆ, ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕੁਝ ਵੀ ਅਪਲਾਈ ਕਰੋ, ਤੇ ਵੈਕਸ ਲਗਾਓ, ਜੈਲ ਲਗਾਓ, ਐਨੀਥਿੰਗ ਯੂ ਕੈਨ ਡੂ। ਅੱਛਾ, ਹਿਊਮਨ ਹੇਅਰਸ ਦੀ ਗੱਲ ਕਰਾਂ ਤਾਂ ਬੇਸਿਕਲੀ ਕੁਐਸਚਨ ਇਹ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਜਾਂਦਾ ਹੈ ਕਿ ਇਹਨੂੰ ਕਿਵੇਂ ਤੁਸੀਂ ਇਕੱਠਾ ਕਰਦੇ ਹੋ? ਹਿਊਮਨ ਹੇਅਰਸ ਤੁਹਾਡੇ ਕੋਲ ਆਉਂਦੇ ਕਿਵੇਂ ਨੇ, ਪਹੁੰਚਦੇ ਕਿਵੇਂ ਨੇ? ਇਹ ਮੈਂ ਬੇਸਿਕਲੀ ਸਾਰਾ ਜਿਹੜਾ ਸਟੱਫ ਹੈ, ਸਾਰਾ ਇਹ ਜਿਹੜੇ ਹੇਅਰਸ ਆ, ਉਹ ਸਾਰੇ ਆਪਣੇ ਇੰਡੀਆ ਤੋਂ ਹੀ ਜਾਂਦੇ। ਤੁਸੀਂ ਸੁਣਿਆ ਹੋਣਾ ਕਿ ਤ੍ਰਿਪੁਦੀ ਬਾਲਾਜੀ ਵਾਲੀ ਸਾਈਡ ਤੋਂ ਲੋਕੀ ਹੇਅਰਸ ਡੋਨੇਟ ਕਰਦੇ ਆ, ਔਰ ਜਿਹੜੇ ਸਾਰੇ ਉਹ ਡੋਨੇਟ ਕਰਦੇ, ਉਹ ਸਾਰਾ ਜਿਹੜਾ ਹੇਅਰ ਸਟੱਫ ਹੈਗਾ, ਸਾਰਾ ਉਹ ਸਟਾਕ ਜਿਹੜਾ ਬਾਹਰ ਜਾਂਦਾ ਹੈ, ਔਰ ਬਾਹਰੋਂ ਸਾਰਾ ਤਿਆਰ ਹੋ ਕੇ ਆਉਂਦਾ ਹੈ। ਅਲੱਗ-ਅਲੱਗ ਪੈਚਿਸ ਦੀ ਗੱਲ ਕਰੀਏ, ਉਹਨਾਂ ਦੀ ਅਲੱਗ-ਅਲੱਗ ਸਪੈਸੀਫਿਕੇਸ਼ਨ ਹੈ। ਜਿੱਦਾਂ ਕਿ ਇੱਕ ਆਸਟ੍ਰੇਲੀਅਨ ਪੈਚ ਹੁੰਦਾ, ਉਹ ਸਪੈਸ਼ਲੀ ਮੇਡ ਅਪ ਹੁੰਦਾ ਆਸਟ੍ਰੇਲੀਆ ਦਾ। ਇੱਕ ਜਰਮਨੀ ਬੇਸ ਹੁੰਦਾ, ਉਹ ਸਪੈਸ਼ਲੀ ਜਰਮਨ ਤੋਂ ਜਿਹੜਾ ਮੇਡ ਅਪ ਹੋ ਕੇ ਆਇਆ ਹੁੰਦਾ। ਮਤਲਬ ਕਿ ਅਲੱਗ-ਅਲੱਗ ਜਿਹੜੇ ਪੈਚਿਸ ਆ, ਉਹਨਾਂ ਦੀ ਅਲੱਗ-ਅਲੱਗ ਸਪੈਸੀਫਿਕੇਸ਼ਨ ਹੈ। ਔਰ ਅਗਰ ਆਪਾਂ ਗੱਲ ਕਰੀਏ ਕਿ ਵਿਗਸ ਦੀ ਬਾਰੇ, ਵਿਗਸ ਦੇ ਵਿੱਚ ਵੀ 100% ਹਿਊਮਨ ਹੇਅਰਸ ਹੈਗੇ ਆ, ਤੇ ਦੈਟਸ ਆਲ। ਅੱਛਾ, ਗੱਲ ਕਰਾਂ ਤਾਂ ਜਦੋਂ ਤੁਸੀਂ ਹੇਅਰ ਪੈਚਸ ਲਾਉਂਦੇ ਹੋ ਤਾਂ ਕੀ ਜਿਵੇਂ ਕਹਿ ਲਓ ਵੀ ਕਈ ਦੇਖਦੇ ਨੇ ਕਿ ਗਲੂ ਹੁੰਦਾ ਆ, ਜਾਂ ਫਿਰ ਜਿਹੜਾ ਵੀ ਤੁਸੀਂ ਸਮਾਨ ਯੂਜ਼ ਕਰਦੇ ਹੋ, ਕਿ ਉਹ ਸਕਿਨ ਨੂੰ ਤੁਸੀਂ ਟੈਸਟ ਕਰਦੇ ਹੋ ਪਹਿਲਾਂ ਕਿ ਕੋਈ ਸਕਿਨ ਨੂੰ ਇਫੈਕਟ ਨਾ ਕਰੇ ਜਾਂ ਕੁਝ ਇਨਫੈਕਸ਼ਨ ਨਾ ਹੋ ਜਾਏ? ਬਿਲਕੁਲ ਬਿਲਕੁਲ ਮੈਮ, ਜਿਹੜੇ ਕਿ ਸਟੱਫ ਮੇਰੇ ਕੋਲ ਆਉਂਦੇ ਆ ਨਾ, ਜਿੱਦਾਂ ਆਪਾਂ ਗੱਲ ਕਰੀਏ ਗਲੂ ਦੀ ਜਾਂ ਟੇਪ ਦੀ, ਪਹਿਲੇ ਮੇਰੇ ਕੋਲ ਸਾਰੇ ਸੈਂਪਲ ਆਉਂਦੇ ਉਸ ਚੀਜ਼ ਦੇ, ਤੇ ਸੈਂਪਲ ਪ੍ਰੋਪਰਲੀ ਅਸੀਂ ਟੈਸਟ ਕਰੀਦਾ ਕਿ ਉਹ ਸਕਿਨ 'ਤੇ ਆਪਣੇ ਆਪ ਨੂੰ ਟੈਸਟ ਕਰਕੇ, ਜਾਂ ਕਸਟਮਰਸ ਤੋਂ ਰਿਵਿਊਜ਼ ਲੈ ਕੇ, ਕਿ ਉਹ ਕੋਈ ਵੀ ਉਹਨਾਂ ਦੀ ਸਕਿਨ 'ਤੇ ਹਾਰਮ ਤਾਂ ਨਹੀਂ ਪਹੁੰਚ ਰਿਹਾ, ਤੇ ਕੋਈ ਵੀ ਉਹਨੂੰ ਪ੍ਰੋਬਲਮ ਤਾਂ ਨਹੀਂ ਆ ਰਹੀ। ਉਸ ਤੋਂ ਬਾਅਦ ਜਿਹੜੇ ਫਿਰ ਅਸੀਂ ਅਪਲਾਈ ਕਰਨਾ ਸ਼ੁਰੂ ਕਰੀਦਾ, ਯਾਨੀ ਕਿ ਪ੍ਰੋਪਰਲੀ ਜਿਹੜਾ ਸਟੱਫ ਹੈ, ਪ੍ਰੋਪਰਲੀ ਮੈਡੀਕੇਟਡ ਆ, ਸਕਿਨ ਫਰੈਂਡਲੀ ਪ੍ਰੋਡਕਟ ਆ ਸਾਰੇ। ਮਤਲਬ ਕਿ ਇਹ ਚੀਜ਼ ਜਿਹੜੀ ਬਣੀ ਹੀ ਸਕਿਨ ਇਸ ਚੀਜ਼ ਵਾਸਤੇ ਹੈ, ਸਕਿਨ ਵਾਸਤੇ ਨੂੰ ਆਪਾਂ ਕਹਦੇ ਕਿ ਕੋਈ ਵੀ ਸਾਈਡ ਇਫੈਕਟ ਨਹੀਂ ਇਸ ਚੀਜ਼ ਦਾ। ਜੀ ਜੀ। ਅੱਛਾ, ਇਸ ਤੋਂ ਇਲਾਵਾ ਜੇਕਰ ਗੱਲ ਕਰਾਂ ਤਾਂ ਹਰ ਕੋਈ ਚਾਹੁੰਦਾ ਹੈ ਕਿ ਉਹ ਸੋਹਣਾ ਦਿਖੇ, ਹੈ ਨਾ? ਤੇ ਸਾਡੀ, ਜਿਵੇਂ ਕਿ ਮੈਂ ਕਿਹਾ ਸੀਗਾ ਕਿ ਬਾਲ ਜਿਹੜੀ ਸਾਡੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਨੇ। ਸੋ ਜੇਕਰ ਗੱਲ ਕਰਾਂ, ਜਿਹੜੇ ਵੀ ਦਰਸ਼ਕ ਦੇਖ ਰਹੇ ਹੋਣਗੇ, ਕਿਤੇ ਨਾ ਕਿਤੇ ਆਪਣੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਕਿੰਨਾ ਕੁ ਖਰਚਾ ਜਿਹੜਾ ਆ ਉਹ ਆ ਜਾਂਦਾ ਹੈ, ਪਾਕਟ ਫਰੈਂਡਲੀ ਹੈ ਜਾਂ ਨਹੀਂ ਹੈ। ਉਹਨਾਂ ਚੀਜ਼ਾਂ ਬਾਰੇ ਵੀ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਮਤਲਬ ਦਰਸ਼ਕ ਜਾਣਦੇ ਨੇ ਕਿ ਜ਼ਿਆਦਾ ਖਰਚਾ ਤਾਂ ਨਹੀਂ ਹੁੰਦਾ ਜਾਂ ਪਾਕਟ ਫਰੈਂਡਲੀ ਹੈ। ਉਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਦੱਸੋ। ਮੈਮ ਅਗਰ ਆਪਾਂ ਕੰਪੈਰੀਜ਼ਨ ਕਰੀਏ ਕਿ ਹੇਅਰ ਟ੍ਰਾਂਸਪਲਾਂਟ ਔਰ ਹੇਅਰ ਪੈਚਸ ਦਾ, ਹੇਅਰ ਟ੍ਰਾਂਸਪਲਾਂਟ ਬੇਸਿਕਲੀ ਇਹ ਹੁੰਦਾ ਕਿ ਆਪਾਂ ਮਿਨੀਮਮ ਟੂ ਮਿਨੀਮਮ ਉਹ 'ਚ 80,000 ਨੀਅਰ ਅਬਾਊਟ, ਮੈਨੂੰ ਕੋਈ ਐਗਜ਼ੈਕਟ ਨਹੀਂ ਪਤਾ, ਨੀਅਰ ਅਬਾਊਟ, ਬਟ ਰਫਲੀ ਆਈਡੀਆ ਦੀ ਅਗਰ ਆਪਾਂ ਗੱਲ ਕਰੀਏ ਤਾਂ 80 to 1 ਲੱਖ ਦੇ ਮਿਨੀਮਮ ਟੂ ਮਿਨੀਮਮ। ਔਰ ਜਿਹੜਾ ਅਗਰ ਆਪਾਂ ਗੱਲ ਕਰੀਏ ਹੇਅਰ ਪੈਚਸ ਦੀ, ਔਰ ਉਹ ਹੈਗੀ ਕਾਫੀ ਜ਼ਿਆਦਾ ਪਾਕਟ ਫਰੈਂਡਲੀ ਹੈ, ਯਾਨੀ ਕਿ ਕੋਈ ਵੀ ਈਜ਼ੀਲੀ ਅਫੋਰਡ ਕਰ ਸਕਦੇ ਉਹ ਚੀਜ਼। ਟ੍ਰਾਂਸਪਲਾਂਟ 'ਚ ਯਾਨੀ ਕਿ 1-1.5 ਲੱਖ ਰੁਪਇਆ ਖਰਚ ਕੇ ਵੀ ਤੁਸੀਂ ਆਪਣੀ ਜਾਨ ਦੇ ਨਾਲ ਖੇਲ ਹੀ ਰਹੇ ਹੋ ਇੱਕ ਤਰੀਕੇ ਦਾ, ਕਿਉਂਕਿ ਰੋਜ਼ ਹੀ ਆਪਾਂ ਨਿਊਜ਼ਪੇਪਰ 'ਚ ਦੇਖਦੇ ਕਾਫੀ ਸਾਰੇ ਆਰਟੀਕਲਸ ਆਉਂਦੇ, ਕਾਫੀ ਟੀਨਏਜਰਸ ਵੀ ਹੈਗੇ ਆ ਜਿਹੜੇ ਕਿ ਟ੍ਰਾਂਸਪਲਾਂਟ ਕਰਵਾ ਚੁੱਕੇ, ਬਟ ਉਹਨਾਂ ਨੂੰ ਕੀ ਹੈ, ਰਿਜ਼ਲਟ ਨਹੀਂ ਮਿਲਦਾ, ਔਰ ਕਾਫੀ ਚੀਜ਼ਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਜੋ ਕਿ ਆਪਾਂ ਡਿਸਕਸ ਜ਼ਿਆਦਾ ਨਹੀਂ ਕਰ ਸਕਦੇ ਹਾਂ, ਜੋ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ, ਕਾਫੀ ਜਿਹੜੇ ਉਹਦੇ ਪੁਆਇੰਟਸ ਹੈਗੇ ਆ। ਔਰ ਇਹਦੇ 'ਚ ਇਹ ਹੈ ਕਿ ਆਪਾਂ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਹੇਅਰ ਪੈਚਸ ਆ ਜਿਹੜੇ ਕਾਫੀ ਜ਼ਿਆਦਾ ਪਾਕਟ ਫਰੈਂਡਲੀ ਹੈ, ਔਰ ਕੋਈ ਵੀ ਬੰਦਾ ਈਜ਼ੀਲੀ ਇਹਨੂੰ ਅਫੋਰਡ ਕਰ ਸਕਦਾ ਐਜ਼ ਕੰਪੈਰੇਟਿਵ ਟੂ ਅਗਰ ਆਪਾਂ ਗੱਲ ਕਰੀਏ ਹੇਅਰ ਟ੍ਰਾਂਸਪਲਾਂਟ ਦੀ। ਜੀ। ਅੱਛਾ, ਇਸ ਤੋਂ ਇਲਾਵਾ ਜੇਕਰ ਗੱਲ ਕਰਾਂ, ਤੁਹਾਨੂੰ ਪਤਾ ਕਿ ਟ੍ਰਾਂਸਪਲਾਂਟ ਨੂੰ ਜਿਵੇਂ ਤੁਸੀਂ ਦੱਸਿਆ ਕਿ ਕਿੰਨਾ ਕੁ ਖਰਚਾ ਆ ਜਾਂਦਾ ਹੈ, ਤੇ ਪੈਚਿਸ ਨੂੰ ਕਿੰਨਾ ਕੁ ਖਰਚਾ ਆ ਜਾਂਦਾ ਹੈ। ਜੇਕਰ ਗੱਲ ਕਰੀਏ, ਜੇ ਕੋਈ ਤੁਹਾਡੇ ਤੋਂ ਪਹੁੰਚ ਕਰਦਾ ਹੈ ਤਾਂ ਤੁਸੀਂ ਉਹਨੂੰ ਕੀ ਜ਼ਿਆਦਾ ਤਵੱਜੋ ਦਿੰਦੇ ਹੋ? ਜੇਕਰ ਮਤਲਬ ਹੁਣ ਇੱਕ ਪੇਸ਼ੈਂਟ ਆ, ਉਹ ਕਹਿੰਦਾ ਕਿ ਨਹੀਂ ਮੈਂ ਟ੍ਰਾਂਸਪਲਾਂਟ ਹੀ ਕਰਾਉਣਾ, ਕੀ ਤੁਸੀਂ ਉਹਨੂੰ ਕਨਵਿੰਸ ਕਰ ਪਾਉਂਦੇ ਹੋ ਜਾਂ ਫਿਰ ਉਹਨੂੰ ਫਾਇਦੇ ਨੁਕਸਾਨ ਦੱਸ ਪਾਉਂਦੇ ਹੋ ਪੂਰੇ, ਤੇ ਕੀ ਉਹ ਫਿਰ ਪੈਚਿਸ ਦੇ ਲਈ ਉਹਨੂੰ ਪਾਕਟ ਫਰੈਂਡਲੀ ਮੰਨਦਾ ਹੈ? ਬਿਲਕੁਲ ਮੈਮ, ਜਿੰਨੇ ਵੀ ਟ੍ਰਾਂਸਪਲਾਂਟ ਲੋਕੀ ਕਰਵਾਉਣ ਜਾਂਦੇ, ਜਿੰਨੇ ਵੀ ਕਸਟਮਰਸ ਹੈਗੇ ਜਿਹੜੇ ਕਿ ਸਟਾਰਟਿੰਗ 'ਚ ਇਹੀ ਸੋਚਦੇ ਕਿ ਟ੍ਰਾਂਸਪਲਾਂਟ ਕਿਉਂ ਨਾ ਕਰਵਾ ਲਿੱਤਾ ਜਾਵੇ ਇਹਦੇ ਕੰਪੈਰੇਟਿਵਲੀ, ਤੇ ਉਹਨਾਂ ਨੂੰ ਅਸੀਂ ਇਹੀ ਸੁਜੈਸਟ ਕਰੀਦਾ ਕਿ ਪ੍ਰੋਪਰ ਉਹਨਾਂ ਨੂੰ ਪੁਆਇੰਟਸ ਦੱਸ ਕੇ ਕਿ ਇਹਦੇ ਸਾਈਡ ਇਫੈਕਟਸ ਹੈਗੇ ਹੈ। ਔਰ ਈਵਨ ਕਿ ਕਈ ਡਾਕਟਰ ਵੀ ਹੈਗੇ ਜਿਹੜੇ ਟ੍ਰਾਂਸਪਲਾਂਟ ਕਰਦੇ ਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਜਿਹੜੇ ਡਾਕਟਰ ਹੈਗੇ ਉਹ ਸਪੈਸ਼ਲੀ
ਖੁਦ ਉਹ ਟ੍ਰਾਂਸਪਲਾਂਟ ਡਾਕਟਰ ਨੇ ਤੇ ਮੇਰੇ ਕੋਲੋਂ ਸਪੈਸ਼ਲੀ ਉਹ ਪੈਚ ਲਗਵਾਉਂਦੇ ਆ। ਅੱਛਾ ਜੀ। ਹਾਂਜੀ, ਹਾਂਜੀ। ਤੇ ਮਤਲਬ ਕਿ ਕੋਈ ਨਾ ਕੋਈ ਸਾਈਡ ਇਫੈਕਟ ਹੋਏਗਾ ਕਿ ਜੋ ਇਨਸਾਨ ਮਤਲਬ ਕਿ ਆਪਣਾ ਖੁਦ ਹੀ ਨਹੀਂ ਆਪਾਂ ਟ੍ਰਾਂਸਪਲਾਂਟ ਕਰ ਰਹੇ ਹੈਗੇ, ਖੁਦ ਉਹ ਹੇਅਰ ਪੈਚਿਸ ਯੂਜ਼ ਕਰ ਰਹੇ ਆ। ਤੇ ਅਗਰ ਆਪਾਂ ਗੱਲ ਕਰੀਏ ਕਲਾਇੰਟਸ ਦੀ, ਕਾਫੀ ਕਲਾਇੰਟਸ ਆਉਂਦੇ ਜਿਹੜੇ ਕਿ ਜਿਨ੍ਹਾਂ ਦੇ ਮਨ 'ਚ ਕਾਫੀ ਸਾਰੇ ਡਾਊਟਸ ਹੁੰਦੇ ਆ ਟ੍ਰਾਂਸਪਲਾਂਟ ਨੂੰ ਲੈ ਕੇ ਔਰ ਹੇਅਰ ਪੈਚਿਸ ਨੂੰ ਲੈ ਕੇ। ਤੇ ਮੋਸਟਲੀ ਆਪਾਂ ਇਹੀ ਚੀਜ਼ ਟਰਾਈ ਕਰੀਦੀ ਕਿ ਉਹਨੂੰ ਪ੍ਰੋਪਰਲੀ ਗਾਈਡੈਂਸ ਅਗਰ ਉਹ ਕਰਵਾਉਣ ਜਾ ਵੀ ਰਿਹਾ ਕਿਉਂਕਿ ਟ੍ਰਾਂਸਪਲਾਂਟ ਡਾਕਟਰ ਉਹਨੂੰ ਇਹ ਸਭ ਚੀਜ਼ਾਂ ਨਹੀਂ ਦੱਸੇਗਾ ਜੀ। ਔਰ ਸਪੈਸ਼ਲੀ ਉਹਨਾਂ ਨੂੰ ਆਪਾਂ ਇਹੀ ਗਾਈਡ ਕਰੀਦਾ ਕਿ ਇਹ ਇਹਦੇ ਸਾਈਡ ਇਫੈਕਟਸ ਹੈ, ਇਹ ਸਾਰੇ ਪੁਆਇੰਟਸ ਨੇ ਔਰ ਇਹਦੇ ਸਾਰੇ ਸਾਈਡ ਇਫੈਕਟਸ ਆ। ਬਟ ਅਪ ਟੂ ਯੂ ਕਿ ਅਗਰ ਤੁਸੀਂ ਸਾਈਡ ਇਫੈਕਟਸ ਵੱਲ ਜਾਣਾ ਚਾਹੁੰਦੇ ਹੋ ਜਾਂ ਫਿਰ ਇੱਕ ਨੋਰਮਲ ਤੁਸੀਂ ਹੇਅਰ ਪੈਚ ਲਗਵਾ ਕੇ ਉਹਦਾ ਰਿਜ਼ਲਟ ਜੋ ਕਿ ਉਹ ਸੇਮ ਹੀ ਹੈ। ਜੀ। ਅੱਛਾ, ਹੁਣ ਇੱਥੇ ਹੀ ਜਾਣਨਾ ਚਾਹਾਂਗੀ ਕਿ ਜਿੱਦਾਂ ਤੁਸੀਂ ਬੋਲਿਆ ਕਿ ਕਈ ਡਾਕਟਰਸ ਵੀ ਨੇ ਜਿਹੜੇ ਹੇਅਰ ਪੈਚਿਸ ਜੀ। ਲਗਵਾਉਂਦੇ ਨੇ। ਸੋ ਹੇਅਰ ਪੈਚਿਸ ਤੋਂ ਇਲਾਵਾ ਤੁਸੀਂ ਗੱਲ ਕੀਤੀ ਸੀਗੀ ਜਿਹੜੇ ਤੁਸੀਂ ਲਗਾਉਂਦੇ ਹੋ ਹੇਅਰ ਐਕਸਟੈਂਸ਼ਨਸ। ਜੀ। ਸੋ ਹੇਅਰ ਐਕਸਟੈਂਸ਼ਨਸ ਤੋਂ ਬਾਅਦ ਕੀ ਉਹਨਾਂ ਨੂੰ ਜਦੋਂ ਤੁਸੀਂ ਟਾਈ ਅਪ ਕਰਦੇ ਹੋ ਵਾਲਾਂ ਦੇ ਨਾਲ, ਉਦੋਂ ਟੈਂਗਲਸ ਨਹੀਂ ਆਉਂਦੇ, ਜੜ੍ਹਾਂ ਜਿਹੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ? ਕਿ ਉਹਦੇ ਤੋਂ ਕਦੀ ਤੁਹਾਡੇ ਤੋਂ ਕੋਈ ਇੱਦਾਂ ਦਾ ਪੇਸ਼ੈਂਟ ਆਇਆ ਹੋਵੇ ਕਿ ਮੇਰੇ ਵਾਲਾਂ ਨੂੰ ਨੁਕਸਾਨ ਹੋ ਗਿਆ ਹੈ ਔਰ ਉਹਦਾ ਟਰੀਟਮੈਂਟ ਤੁਹਾਡੇ ਤੋਂ ਕਰਵਾਉਣਾ ਚਾਹੁੰਦਾ ਹੈ, ਕਿ ਉਹਦਾ ਟਰੀਟਮੈਂਟ ਕੋਈ ਅਵੇਲੇਬਲ ਹੈ? ਔਰ ਮੈਮ ਉਹਦੇ 'ਚ ਮੇਨਲੀ ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸ ਕੇ ਹਟਿਆ ਕਿ ਇੱਕ ਜਿਹੜੇ ਕੁਆਲਿਟੀ ਆਪਾਂ ਹੁੰਦੀ ਨਾ ਜਿੱਦਾਂ ਪ੍ਰੋਡਕਟਸ ਦੀ ਕੁਆਲਿਟੀ ਔਰ ਹੇਅਰ ਆਫ ਕੁਆਲਿਟੀ ਉਹਦੇ 'ਚ ਕਾਫੀ ਜ਼ਿਆਦਾ ਰੋਲ ਹੈ ਜਿਹੜਾ ਕਾਫੀ ਜ਼ਿਆਦਾ ਰੋਲ ਪਲੇ ਕਰਦੀਆਂ। ਔਰ ਜਿੱਦਾਂ ਕਿ ਗੱਲ ਕਰੀਏ ਕਿ ਕੋਈ ਵੀ ਮੇਰੇ ਕੋਲ ਕਸਟਮਰਸ ਆਉਂਦੇ ਜੋ ਕਿ ਦਿੱਲੀ ਜਾਂ ਕੋਈ ਹੋਰ ਇੱਧਰ ਜਗ੍ਹਾ ਤੋਂ ਲਗਵਾ ਕੇ ਆਏ ਹੁੰਦੇ ਅਤੇ ਉਹਨਾਂ ਦਾ ਹਮੇਸ਼ਾ ਇਹੀ ਜਿਹੜਾ ਹੁੰਦਾ ਕਿ ਇੱਕ ਤਾਂ ਹੇਅਰ ਆਫ ਕੁਆਲਿਟੀ ਉਹ ਕਾਫੀ ਜ਼ਿਆਦਾ ਬੁਰੀ ਹੁੰਦੀ ਹੈ ਜਿਹਦੇ ਕਰਕੇ ਕਿ ਟੈਂਗਲਸ ਪੈ ਜਾਂਦੇ ਆ। ਔਰ ਅਗਰ ਆਪਾਂ ਗੱਲ ਕਰੀਏ ਕਿ ਜਿਹੜੀ ਪ੍ਰੋਡਕਟਸ ਦੀ ਕੁਆਲਿਟੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਲੋ ਹੁੰਦੀ ਹੈ ਜਿਹਨਾਂ ਕਰਕੇ ਕਸਟਮਰਸ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀਆਂ ਫੇਸ ਕਰਨੀ ਪੈਂਦੀਆਂ। ਜਦੋਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਹੇਅਰਸ ਵਗੈਰਾ ਕੱਟ ਕਰਵਾਉਣੇ ਪੈਂਦੇ ਆ ਅਤੇ ਉਹੀ ਮੈਂ ਉਹਨਾਂ ਨੂੰ ਰਿਕਮੈਂਡ ਕਰਦਾ ਕਿਉਂਕਿ ਉੱਥੇ ਸਾਰੇ ਹੁੰਦੇ ਫਰੈਸ਼ਰਸ ਜਿਹੜੇ ਕਿ ਕਰ ਰਹੇ ਹੁੰਦੇ, ਸਟੂਡੈਂਟਸ ਹੁੰਦੇ ਸਾਰੇ। ਔਰ ਅਗਰ ਆਪਾਂ ਗੱਲ ਕਰੀਏ ਕਿ ਮੇਰੇ ਜਿਹੜੇ ਇਹਦੀ ਬ੍ਰਾਂਡ ਦੀ ਇੰਦਰਾ ਦੀ ਅਤੇ ਸਾਡੇ ਕੋਲ ਪ੍ਰੋਪਰਲੀ ਮਤਲਬ ਕਿ ਕਾਫੀ ਜ਼ਿਆਦਾ ਐਕਸਪੀਰੀਅੰਸਡ ਕਿਉਂਕਿ ਹਰ ਇੱਕ ਚੀਜ਼ 'ਚ ਐਕਸਪੀਰੀਅੰਸ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਅਗਰ ਆਪਾਂ ਗੱਲ ਕਰੀਏ ਕਿ ਐਕਸਪੀਰੀਅੰਸ ਦੀ ਮੇਰੇ ਚਾਚਾ ਜੀ ਨੇ ਜਿਹੜੇ ਕਿ ਲੁਧਿਆਣੇ ਵਾਲੀ ਬ੍ਰਾਂਚ ਰਨ ਕਰਦੇ ਪਏ, ਉਹਨਾਂ ਨੂੰ ਨੀਅਰ ਅਬਾਊਟ ਆਪਾਂ ਗੱਲ ਕਰੀਏ ਤਾਂ 40 to 45 ਈਅਰਸ ਦਾ ਐਕਸਪੀਰੀਅੰਸ ਹੈ। ਮਿਸਟਰ ਸੂਰਜ ਮਨਚੰਦਾ ਜੀ, ਉਹ ਮੇਰੇ ਚਾਚਾ ਜੀ ਵੀ ਹੈ, ਮੇਰੇ ਗੁਰੂ ਜੀ ਵੀ ਹੈਗੇ ਉਹ, ਅਤੇ ਉਹ ਕਾਫੀ ਜ਼ਿਆਦਾ ਇੱਕ ਐਕਸਪੀਰੀਅੰਸ ਅਗਰ ਆਪਾਂ ਗੱਲ ਕਰੀਏ ਐਕਸਪੀਰੀਅੰਸ ਦਾ ਬਹੁਤ ਵੱਡਾ ਰੋਲ ਹੁੰਦਾ ਇਸ ਚੀਜ਼ ਦਾ। ਔਰ ਉਹ ਕਾਫੀ ਜ਼ਿਆਦਾ ਐਕਸਪੀਰੀਅੰਸ ਦੇ ਉਹਨਾਂ ਦੇ ਕੋਲ ਹੀ ਪ੍ਰੋਪਰ ਆਪਾਂ ਨੂੰ ਗਾਈਡੈਂਸ ਮਿਲੀ ਹੋਈ ਹੈ। ਅਤੇ ਕੋਈ ਵੀ ਹੁਣ ਕਸਟਮਰਸ ਆਉਂਦਾ ਅਤੇ ਉਹਨਾਂ ਨੂੰ ਆਪਾਂ ਇਹ ਰਿਕਮੈਂਡ ਕਰੀਦਾ ਕਿ ਤੁਸੀਂ ਜਿਹੜਾ ਤੁਹਾਡਾ ਹੇਅਰ ਆਫ ਕੁਆਲਿਟੀ ਉਹ ਕਾਫੀ ਜ਼ਿਆਦਾ ਬੁਰੀ ਲੱਗੀ ਹੋਈ ਹੈ, ਜੋ ਵੀ ਦਿੱਲੀ ਵਗੈਰਾ ਸਾਈਡ ਤੋਂ ਕਿਤੋਂ ਵੀ ਲਵਾ ਕੇ ਆਉਂਦੇ ਹੈ। ਅਤੇ ਮੈਂ ਇਹੀ ਰਿਕਮੈਂਡ ਕਰਦਾ ਸਾਰਿਆਂ ਨੂੰ ਕਿ ਤੁਸੀਂ ਇੰਨੇ ਜ਼ਿਆਦਾ ਪੈਸੇ ਅਗਰ ਤੁਸੀਂ ਦੇ ਰਹੇ ਹੋ ਹੈ ਨਾ, ਅਤੇ ਪ੍ਰੋਪਰਲੀ ਅਗਰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੀਤਾ ਜਾਵੇ ਤਾਂ ਉਹ ਜ਼ਿਆਦਾ ਬੈਨੀਫੀਸ਼ੀਅਲ ਹੈ ਤੁਹਾਡੇ ਲਈ ਵੀ ਕਿਉਂਕਿ ਔਰ ਤੁਹਾਡੇ ਹੇਅਰਸ ਵਾਸਤੇ ਵੀ, ਕਿਉਂਕਿ ਹੇਅਰਸ ਬਹੁਤ ਜ਼ਿਆਦਾ ਡੈਲੀਕੇਟ ਚੀਜ਼ ਆ। ਔਰ ਅਗਰ ਆਪਾਂ ਕੋਈ ਵੀ ਉਹ 'ਚ ਪ੍ਰੋਬਲਮ ਫੇਸ ਹੁੰਦੀ ਹੈ ਹੇਅਰਸ ਦੇ ਵਿੱਚ ਅਤੇ ਉਹਨਾਂ ਨੂੰ ਆਪਾਂ ਕੱਟ ਕਰਵਾ ਦਈਏ ਤਾਂ ਕਾਫੀ ਜ਼ਿਆਦਾ ਬੁਰੀ ਚੀਜ਼ ਹੈ। ਇੱਕ ਤਾਂ ਅਗਰ ਆਪਾਂ ਕੁੜੀਆਂ ਦੀ ਗੱਲ ਕਰੀਏ, ਕੁੜੀਆਂ ਵਾਸਤੇ ਬਹੁਤ ਹੀ ਵੱਡੀ ਚੀਜ਼ ਹੈ। ਜੀ। ਅੱਛਾ, ਜੇਕਰ ਗੱਲ ਕਰਾਂ ਤਾਂ ਵਾਲਾਂ ਦਾ ਝੜਨਾ, ਵਾਲਾਂ ਦਾ ਟੁੱਟਣਾ ਕਿਹੜੇ ਮੇਨ ਕਾਰਨ ਹੁੰਦੇ ਨੇ ਜਿਨ੍ਹਾਂ ਕਾਰਨ ਇਹ ਟੁੱਟਣੇ ਝੜਨੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਤੱਕ ਨੌਬਤ ਆ ਜਾਂਦੀ ਹੈ ਕਿ ਉਹਨਾਂ ਦੀ ਗੰਜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ? ਮੇਨਲੀ ਮੈਮ ਅਗਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੀ ਲਾਈਫ ਸਟਾਈਲ ਦੀ, ਅੱਜ ਕੱਲ੍ਹ ਦਾ ਜਿਹੜਾ ਲਾਈਫ ਸਟਾਈਲ ਹੈ ਕਾਫੀ ਜ਼ਿਆਦਾ ਸਟ੍ਰੈਸਫੁਲ ਹੈ। ਅਗਰ ਆਪਾਂ ਗੱਲ ਕਰੀਏ ਕਿ ਸਟ੍ਰੈਸਫੁਲ ਹੈ ਇੱਕ ਤਾਂ ਇੱਕ ਇਹ ਪੁਆਇੰਟ ਹੈ, ਔਰ ਦੂਸਰਾ ਪੁਆਇੰਟ ਇਹ ਹੈ ਕਿ ਜਿਹੜੀ ਵੀ ਆਪਾਂ ਡਾਈਟ ਵਗੈਰਾ ਖਾ ਰਹੇ ਹਾਂ ਉਹ ਬਿਲਕੁਲ ਉਹ 'ਚ ਆਪਾਂ ਕਹਿ ਸਕਦੇ ਕਿ ਪਿਓਰ ਨਹੀਂ ਹੈਗੀ, ਬਿਲਕੁਲ ਹੀ ਪਿਓਰਿਟੀ ਬਹੁਤ ਜ਼ਿਆਦਾ ਪਹਿਲੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ। ਔਰ ਜਿਹਦੇ ਕਰਕੇ ਕੀ ਹੈ ਕਿ ਲੋਕਾਂ ਨੂੰ ਹੇਅਰ ਫਾਲ ਦੀ ਦਿੱਕਤ ਸ਼ੁਰੂ ਹੋ ਜਾਂਦੀ ਹੈ। ਔਰ ਸਪੈਸ਼ਲੀ ਜਦੋਂ ਤੁਹਾਡੇ ਹੇਅਰ ਫਾਲ ਇੱਕ ਵਾਰ ਸ਼ੁਰੂ ਹੋ ਗਿਆ, ਉਹਨੂੰ ਤੁਸੀਂ ਜਿੰਨਾ ਮਰਜ਼ੀ ਜਦ ਤੱਕ ਤੁਸੀਂ ਮੈਡੀਸਨ ਲੈ ਰਹੇ ਹੋ ਜਾਂ ਕੋਈ ਵੀ ਤੁਸੀਂ ਉੱਥੇ ਓਇੰਟਮੈਂਟ ਯੂਜ਼ ਕਰਦੇ ਪਏ ਹੋ ਅਤੇ ਉਦੋਂ ਤੱਕ ਹੀ ਉਹ ਕੰਟਰੋਲੇਬਲ ਰਹੇਗੀ। ਜਦੋਂ ਤੁਸੀਂ ਉਹ ਸਾਰਾ ਮੈਡੀਸਨਸ ਵਗੈਰਾ ਸਾਰਾ ਤੁਸੀਂ ਓਇੰਟਮੈਂਟ ਵਗੈਰਾ ਤੁਸੀਂ ਬੰਦ ਕਰ ਦਿਓ, ਉਹ ਅਗੇਨ ਜਿਹੜਾ ਹੈਗਾ ਹੇਅਰ ਫਾਲ ਤੁਹਾਡਾ ਅਗੇਨ ਹੋਣਾ ਸ਼ੁਰੂ ਹੋ ਜਾਏਗਾ, ਜਿਹਦੇ ਕਿ ਜਿੱਦਾਂ ਹੇਅਰ ਫਾਲ ਹੁੰਦੀ ਰਹੇਗੀ ਉੱਦਾਂ ਜਿਹੜੀ ਬਾਲਨੈਸ ਹੈ ਜਿਹੜੀ ਉਹ ਵੱਧਦੀ ਜਾਏਗੀ। ਜੀ। ਅੱਛਾ, ਜੇਕਰ ਘਰੇਲੂ ਨੁਸਖਿਆਂ ਦੀ ਗੱਲ ਕਰਾਂ ਤਾਂ ਆਪਾਂ ਬਹੁਤ ਸਾਰੇ ਘਰੇਲੂ ਨੁਸਖੇ ਵੀ ਅਪਣਾਉਣ ਲੱਗ ਜਾਂਦੇ ਨੇ, ਵਾਲ ਝੜਦੇ ਨੇ ਤੇ ਕੁਛ ਇਹ ਲਗਾ ਲਓ, ਅੰਡਾ ਲਗਾ ਲਓ, ਦਹੀਂ ਲਗਾ ਲਓ। ਸੋ ਉਹ ਕੀ ਸਹੀ ਚੀਜ਼ਾਂ ਹੁੰਦੀਆਂ ਨੇ ਸਾਡੇ ਵਾਲਾਂ 'ਤੇ ਇਸਤੇਮਾਲ ਕਰਨ ਦੇ ਲਈ? ਬੇਸਿਕਲੀ ਕੀ ਹੁੰਦਾ ਕਿ ਮੈਮ ਸਭ ਦਾ ਬੋਡੀ ਟਾਈਪ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਹੈ। ਕਈਆਂ ਨੂੰ ਕਈ ਚੀਜ਼ਾਂ ਸੂਟ ਕਰਦੀਆਂ ਔਰ ਕਈਆਂ ਨੂੰ ਕਈ ਚੀਜ਼ਾਂ ਸੂਟ ਨਹੀਂ ਕਰਦੀਆਂ। ਅਗਰ ਆਪਾਂ ਇਹੀ ਮਤਲਬ ਕਿ ਜਿਹੜੇ ਘਰੇਲੂ ਤਰੀਕੇ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਖਾਸ ਜਿੱਦਾਂ ਇਫੈਕਟ ਪੈਂਦਾ ਹੋਏਗਾ। ਬਹੁਤ ਜ਼ਿਆਦਾ ਰੇਅਰ ਚਾਂਸਿਸ ਹੁੰਦੇ ਹੋਊਗੇ ਕਿ ਕੋਈ ਇਫੈਕਟ ਪੈਂਦਾ, ਬਟ ਜਿਨ੍ਹਾਂ ਨੂੰ ਇਫੈਕਟ ਪੈ ਰਿਹਾ ਉਹਨੂੰ ਬਹੁਤ ਵਧੀਆ ਹੈ ਨਾ, ਅਗਰ ਉਹ ਇਸ ਚੀਜ਼ ਤੋਂ ਨਾ ਗੁਜ਼ਰੇ ਹੋਣ। ਅਤੇ ਅਗਰ ਆਪਾਂ ਗੱਲ ਕਰੀਏ ਕਿ ਸਾਰੇ ਜਿਹੜੇ ਹੋਮ ਤਰੀਕੇ ਹੈਗੇ, ਸਾਰੇ ਘਰੇਲੂ ਤਰੀਕੇ ਜਿਹੜੇ ਹੈਗੇ ਅਤੇ ਤੁਸੀਂ ਟਰਾਈ ਕਰ ਲਓ ਇੱਕ ਵਾਰ ਹੈ ਨਾ, ਅਗਰ ਤਾਂ ਤੁਹਾਨੂੰ ਰਿਜ਼ਲਟ ਮਿਲਦਾ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ। ਅੱਛਾ, ਆਇਲਿੰਗ ਦਾ
ਰੋਲ ਕਹਿੰਦੇ ਬਹੁਤ ਸਹੀ ਹੁੰਦਾ ਹਾਂਜੀ, ਹਾਂਜੀ, ਬਿਲਕੁਲ, ਬਿਲकुल ਕਿਉਂਕਿ ਡਰਾਈਨੈਸ ਆਇਲਿੰਗ ਅਗਰ ਆਪਾਂ ਟਵਾਈਸ ਅ ਵੀਕ ਵੀ ਕਰ ਲਈਏ ਤਾਂ ਬਹੁਤ ਜ਼ਿਆਦਾ ਵਧੀਆ ਚੀਜ਼ ਹੈਗੀ ਹੈ, ਕਿਉਂਕਿ ਆਇਲ ਨੇ ਕੀ ਕਰਨਾ, ਇੱਕ ਤਾਂ ਬਾਲਾਂ ਦੇ ਵਿੱਚ ਮੋਇਸਚਰ ਪੂਰਾ ਦੇ ਦੇਣਾ ਹੈ, ਔਰ ਦੂਸਰੀ ਚੀਜ਼ ਇਹ ਹੈ ਕਿ ਬਾਲਾਂ ਦੇ ਵਿੱਚ ਉਹ ਡਰਾਈਨੈਸ ਨਹੀਂ ਪੈਦਾ ਹੋਣ ਦੇਗੀ, ਕਿਉਂਕਿ ਜਦੋਂ ਜਦੋਂ ਤੁਹਾਡੀ ਬਾਲਾਂ ਦੇ ਵਿੱਚ ਡਰਾਈਨੈਸ ਹੋਏਗੀ, ਉਹ ਤੁਹਾਡਾ ਜਿਹੜਾ ਹੇਅਰ ਫਾਲ ਹੈ ਉਹ ਹੋਣਾ ਸ਼ੁਰੂ ਹੋ ਜਾਏਗਾ। ਸਪੈਸ਼ਲੀ ਜੇ ਅਗਰ ਆਪਾਂ ਗੱਲ ਕਰੀਏ ਇਸ ਮੌਸਮ ਦੀ, ਵਿੰਟਰਸ ਦੀ ਗੱਲ ਕਰੀਏ, ਤਾਂ ਸਪੈਸ਼ਲੀ ਆਪਾਂ ਨਹਾਉਣ ਵਾਸਤੇ ਗਰਮ ਪਾਣੀ ਯੂਜ਼ ਕਰਦੇ ਹਾਂ, ਜੋ ਕਿ ਸਕੈਲਪ ਦੇ ਉੱਪਰ ਗਰਮ ਪਾਣੀ ਜਦੋਂ ਪੈਂਦਾ ਉਹਨੇ ਕੀ ਹੈ ਕਿ ਡਰਾਈਨੈਸ ਕਰ ਦਿੰਦਾ ਕਾਫੀ, ਹੈਡ ਦੇ ਉੱਪਰ, ਸਕੈਲਪ ਦੇ ਉੱਪਰ ਕਾਫੀ ਜ਼ਿਆਦਾ ਡਰਾਈਨੈਸ ਕਰ ਦਿੰਦਾ, ਔਰ ਜੋ ਕਿ ਫਿਰ ਹੇਅਰ ਫਾਲ ਜਿਹੜਾ ਇਸ ਸੀਜ਼ਨ ਦੇ ਵਿੱਚ ਹੋਣਾ ਕਾਫੀ ਜ਼ਿਆਦਾ ਸ਼ੁਰੂ ਹੋ ਜਾਂਦਾ। ਤੇ ਮੈਂ ਇਹੀ ਸੁਜੈਸਟ ਕਰਦਾ ਕਿ ਕੋਈ ਵੀ ਅਗਰ ਇਸ ਮੌਸਮ 'ਚ, ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਹੌਟ ਵਾਟਰ ਨਾ ਯੂਜ਼ ਕਰੋ, ਥੋੜਾ ਮਾਈਲਡ ਜਿਹਾ ਵਾਟਰ ਯੂਜ਼ ਕਰੋ, ਤਾਂ ਕਿ ਤੁਹਾਡਾ ਜਿਹੜਾ ਸਕੈਲਪ ਆ ਉਹ ਵੀ ਸੇਫ ਰਵੇ ਔਰ ਹੇਅਰ ਫਾਲ ਵੀ ਨਾ ਹੋਵੇ। ਜੀ, ਤੇ ਡਾਈਟ ਕਿਹੜੀ ਲੈਣੀ ਚਾਹੀਦੀ ਹੈ ਇੱਕ ਜਿਨ੍ਹਾਂ ਦੇ ਵਾਲਾਂ ਦੀ ਗਰੋਥ ਥੋੜੀ ਘੱਟ ਹੈ ਜਾਂ ਫਿਰ ਟੁੱਟਣੇ ਸ਼ੁਰੂ ਹੋ ਜਾਂਦੇ, ਉਸ ਬਾਰੇ ਵੀ ਦੱਸੋ। ਮੇਨਲੀ ਇਹ ਮੈਮ ਕਿ ਅਗਰ ਆਪਾਂ ਡਾਈਟ ਦੀ ਗੱਲ ਕਰੀਏ, ਹੇਅਰ ਵਾਸਤੇ ਕਿਹੜੀ ਡਾਈਟ ਜ਼ਿਆਦਾ ਵਧੀਆ ਰਹੇਗੀ, ਮੈਂ ਇਹੀ ਸੁਜੈਸਟ ਕਰੂੰਗਾ ਕਿ ਜਿਹੜੇ ਮੇਰੇ ਕਸਟਮਰਸ ਵੀ ਹੈਗੇ, ਮੇਰੇ ਫਰੈਂਡਸ ਵੀ ਹੈਗੇ ਜਿਹੜੇ, ਉਹਨਾਂ ਨੂੰ ਇਹੀ ਰਿਕਮੈਂਡ ਕਰੀਦਾ ਕਿ ਜਿਹੜੇ ਪ੍ਰੋਟੀਨ ਇਨਟੇਕ ਹੈ ਉਹ ਤੁਸੀਂ ਬੋਡੀ ਦੇ ਵਿੱਚ ਜ਼ਿਆਦਾ ਰੱਖੋ, ਕਿਉਂਕਿ ਜਿਹੜੇ ਬਾਲ ਹੈ ਉਹ ਸਪੈਸ਼ਲੀ ਬਣਦੇ ਪ੍ਰੋਟੀਨ ਦੇ ਨਾਲ ਹੀ ਹੈ, ਤੇ ਇਸ ਕਰਕੇ ਜਿਹੜਾ ਪ੍ਰੋਟੀਨ ਇਨਟੇਕ ਹੈ, ਤੁਸੀਂ ਐਗਸ ਵਗੈਰਾ ਕੁਝ ਵੀ ਲੈ ਸਕਦੇ ਹੋ, ਜਿਹੜੇ ਵੈਜੀਟੇਰੀਅਨ ਹੈ ਉਹ ਵੈਜਿਸ ਵਗੈਰਾ ਤੋਂ ਪ੍ਰੋਟੀਨ ਲੈ ਸਕਦੇ ਨੇ, ਤੇ ਉਹ ਕਾਫੀ ਜ਼ਿਆਦਾ ਜਿਹੜੇ ਬਾਲਾਂ 'ਤੇ ਇਫੈਕਟ ਕਰਦੀ ਹੈ। ਪ੍ਰੋਟੀਨ ਵਾਲੀ ਡਾਈਟ ਹੈ ਜਿਹੜੀ, ਉਹ ਤੁਹਾਡੀ ਥੋੜੀ ਅਪਗ੍ਰੇਡ ਹੀ ਰਹਿਣੀ ਚਾਹੀਦੀ ਹੈ। ਅੱਛਾ, ਜੇਕਰ ਗੱਲ ਕਰਾਂ ਤੁਹਾਡੇ ਹੈਪੀ ਕਸਟਮਰਸ ਦੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਦੇਖਿਆ ਵੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਕਸਟਮਰ ਨਿਰਾਸ਼ ਹੋ ਜਾਂਦੇ ਨੇ ਕਿ ਪੈਚਿਸ ਸਹੀ ਨਹੀਂ ਆ, ਟ੍ਰਾਂਸਪਲਾਂਟ ਦਾ ਤਾਂ ਚਲੋ ਤੁਸੀਂ ਦੱਸਿਆ ਹੀ ਹੈ ਕਿ ਉਹਦੇ ਨੁਕਸਾਨ ਆ, ਹੇਅਰ ਐਕਸਟੈਂਸ਼ਨਸ ਦੇ ਨੁਕਸਾਨ ਹੈ। ਸੋ ਤੁਹਾਡੀ ਜਿਹੜੇ ਹੈਪੀ ਕਸਟਮਰਸ ਦੀ ਕਾਊਂਟ ਦੀ ਜੇਕਰ ਗੱਲ ਕਰੀਏ ਤਾਂ ਕਿੰਨੇ ਨੇ, ਤੇ ਕਿੱਥੋਂ ਕਿੱਥੋਂ ਆਉਂਦੇ ਨੇ, ਤੇ ਕਿਵੇਂ ਤੁਹਾਡੇ ਨਾਲ ਕੰਟੈਕਟ ਕਰਦੇ ਨੇ। ਮੈਮ ਮੇਨਲੀ ਹੈਗੀ, ਅਗਰ ਆਪਾਂ ਗੱਲ ਕਰੀਏ ਕਿ ਜਿੰਨੇ ਵੀ ਸੈਟਿਸਫਾਈ ਕਸਟਮਰ ਨੇ ਮੇਰੇ, ਕਈ ਇੱਦਾਂ ਦੇ ਵੀ ਹੈਗੇ ਕਸਟਮਰ ਜਿਹੜੇ 30 ਈਅਰਸ ਪੁਰਾਣੇ, ਜਿਵੇਂ ਕਿ ਜਦੋਂ ਦੀ ਬ੍ਰਾਂਚ ਖੁੱਲੀ ਹੋਈ ਹੈ ਉਦੋਂ ਦੇ ਕਾਫੀ ਜ਼ਿਆਦਾ ਪੁਰਾਣੇ ਵੀ ਕਸਟਮਰਸ ਹੈ। ਉਹਨਾਂ ਦੀ ਏਜ ਦੀ ਅਗਰ ਆਪਾਂ ਗੱਲ ਕਰੀਏ, ਉਹਨਾਂ ਦੀ ਏਜ ਵੀ 75 ਪਲੱਸ ਹੈ, 75 ਪਲੱਸ ਹੈ, ਔਰ ਉਹ ਕਾਫੀ ਜ਼ਿਆਦਾ ਮਤਲਬ ਕਿ ਪੁਰਾਣੇ ਉਹਨਾਂ ਨਾਲ ਹੈਗੇ ਰਿਲੇਸ਼ਨ, ਕਾਫੀ ਜ਼ਿਆਦਾ ਪੁਰਾਣੇ ਜੁੜੇ ਹੋਏ ਸਾਡੇ ਨਾਲ, ਔਰ ਇਹੀ ਉਹਨਾਂ ਦਾ ਰਹਿੰਦਾ ਕਿਉਂਕਿ ਓਬਵੀਅਸਲੀ ਜਿੱਥੇ ਸਰਵਿਸ ਅੱਛੀ ਹੋਏਗੀ, ਓਬਵੀਅਸਲੀ ਜਿਹੜਾ ਫਿਰ ਤੁਹਾਡਾ ਜਿਹੜਾ ਰਿਲੇਸ਼ਨ ਇੱਕ ਬਹੁਤ ਅੱਛਾ ਬਣ ਜਾਏਗਾ। ਔਰ ਅਗਰ ਆਪਾਂ, ਮੇਰੇ ਕੋਲ ਆਲਮੋਸਟ ਅਗਰ ਆਪਾਂ ਸਿਰਫ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ 'ਚ ਮੇਰੇ ਕੋਲ ਆਲਮੋਸਟ ਆਪਾਂ ਕਹਿ ਸਕਦੇ ਹਾਂ ਕਿ 5 ਲੱਖ ਤੋਂ ਜ਼ਿਆਦਾ ਸੈਟਿਸਫਾਈ ਕਸਟਮਰ ਆਪਣੇ ਕੋਲ ਮੇਰੇ ਹੁਣ ਤੱਕ ਬਣ ਚੁੱਕੇ ਹੈ 25 ਈਅਰਸ ਦੇ ਵਿੱਚ। ਔਰ ਅਗਰ ਇਹੀ ਆਪਾਂ ਮੈਂ ਕਿਤੇ ਹੋਰ ਬ੍ਰਾਂਚ ਦੀ ਗੱਲ ਕਰੀਏ, ਕਿਉਂਕਿ ਬ੍ਰਾਂਚਸ ਆਪਣੀ ਆਲ ਓਵਰ ਪੰਜਾਬ ਦੇ ਵਿੱਚ ਹੈਗੇ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਦੱਸ ਕੇ ਹਟਿਆ, ਉਹਦੀ ਆਪਾਂ ਗੱਲ ਕਰੀਏ ਬਠਿੰਡਾ, ਜੰਮੂ, ਸ਼੍ਰੀਨਗਰ, ਮੁੰਬਈ, ਕੋਲਾਪੁਰ, ਪਟਿਆਲਾ, ਚੰਡੀਗੜ੍ਹ, ਜਲੰਧਰ, ਔਰ ਸਪੈਸ਼ਲੀ ਹੁਣ ਜੋ ਹੁਸ਼ਿਆਰਪੁਰ ਦੇ ਵਿੱਚ ਅਸੀਂ ਬ੍ਰਾਂਚ ਬਹੁਤ ਜਲਦੀ ਓਪਨ ਕਰਨ ਜਾ ਰਹੇ ਹਾਂ, ਜਿਹਦੇ ਨਾਲ ਇਹ ਹੈ ਕਿ ਸਾਡੇ ਜਿਹੜੇ ਹੈਪੀ ਕਸਟਮਰਸ ਨੇ ਹੋਰ ਜ਼ਿਆਦਾ ਵੱਧ ਜਾਊਗੇ। ਜੀ, ਅੱਛਾ, ਕੰਟੈਕਟ ਕਿਵੇਂ ਕਰਨ ਤੁਹਾਡੇ ਨਾਲ। ਐਨਆਰਆਈਜ਼ ਕਈ ਦੇਖਦੇ ਨੇ, ਉਹ ਵੀ ਚਾਹੁੰਦੇ ਨੇ ਕਿ ਅਸੀਂ ਜਿਹੜਾ ਮਤਲਬ ਆਪਣੀ ਜਿਹੜੀ ਸਰਵਿਸ ਆ ਵਧੀਆ ਲਈਏ। ਸੋ ਐਨਆਰਆਈਜ਼ ਜਾਂ ਫਿਰ ਆਪਣੇ ਬਾਕੀ ਕਸਟਮਰਸ ਜਿਹੜੇ ਨੇ ਹੈਗੇ, ਉਹ ਕਿੱਦਾਂ ਕੰਟੈਕਟ ਤੁਹਾਡੇ ਨਾਲ ਕਰਨ। ਮੈਮ ਜਿਹੜੇ ਮੋਸਟਲੀ ਜਿਹੜੇ ਕਸਟਮਰਸ ਨੇ ਉਹ ਗੂਗਲ ਦੇ ਥਰੂ ਹੀ ਕਰ ਲੈਂਦੇ ਕੰਟੈਕਟ, ਔਰ ਜਾਂ ਤਾਂ ਕੋਈ ਇੰਸਟਾ ਵਗੈਰਾ 'ਤੇ ਵੀ ਦੇਖ ਲੈਂਦੇ, ਜੋ ਵੀ ਪ੍ਰਮੋਸ਼ਨ ਜਿੱਥੇ ਵੀ ਚੱਲ ਰਹੀਆਂ ਹੁੰਦੀਆਂ, ਨਿਊਜ਼ਪੇਪਰ 'ਤੇ, ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ, ਮੋਸਟਲੀ ਸਾਰੇ ਉੱਥੋਂ ਦੇਖ ਲੈਂਦੇ। ਬਾਕੀ ਜਿੰਨੇ ਵੀ ਐਨਆਰਆਈ ਕਸਟਮਰਸ ਆ, ਉਹਨਾਂ ਵਿੱਚ ਇਹ ਹੁੰਦਾ ਕਿ ਉਹ ਕਾਲਸ ਵਗੈਰਾ ਕਰਕੇ, ਤੇ ਜਿਹੜੇ ਕਿ ਯਾਨੀ ਜਿਹੜੇ ਨਹੀਂ ਆ ਸਕਦੇ ਇੱਥੇ ਆਫਿਸ ਨਹੀਂ ਵਿਜ਼ਿਟ ਕਰ ਸਕਦੇ ਨੇ, ਤੇ ਸਪੈਸ਼ਲੀ ਉਹਨਾਂ ਨੂੰ ਇਹੀ ਅਸੀਂ ਮਤਲਬ ਕਿ ਪ੍ਰੋਸੀਜਰ ਸਮਝਾ ਦਿੰਦੇ ਕਿ ਤੁਸੀਂ ਪ੍ਰੋਪਰ ਮੇਜਰਮੈਂਟ ਲੈ ਕੇ ਉਹ ਸਾਨੂੰ ਤੁਸੀਂ ਭੇਜ ਸਕਦੇ ਹੋ। ਬਾਕੀ ਜਿੱਦਾਂ ਵੀ ਤੁਹਾਨੂੰ ਜੋ ਵੀ ਸਟਾਈਲ ਦੀ ਰਿਕੁਆਇਰਮੈਂਟ ਆ, ਤੁਹਾਨੂੰ ਜਿੱਦਾਂ ਦੇ ਤੁਹਾਨੂੰ ਹੇਅਰ ਕੱਟ ਚਾਹੀਦਾ, ਉਹ ਤੁਸੀਂ ਸਾਨੂੰ ਫੋਟੋ ਸਾਨੂੰ ਸੈਂਡ ਕਰ ਸਕਦੇ ਹੋ, ਔਰ ਉਹਦੇ ਉੱਪਰ ਪ੍ਰੋਪਰਲੀ ਅਸੀਂ ਹੇਅਰ ਕੱਟ ਕਰਕੇ ਉਹਦਾ ਪ੍ਰੋਪਰ ਤੁਹਾਡੇ ਫੇਸ ਦੇ ਅਕੋਰਡਿੰਗਲੀ ਅਸੀਂ ਬਾਈ ਕੋਰੀਅਰ ਉਹਨਾਂ ਤੱਕ ਪਹੁੰਚਾ ਦਿੰਦੇ ਹਾਂ। ਤੇ ਇੱਕ ਹੇਅਰ ਪੈਚ ਦੀ ਜੇਕਰ ਗੱਲ ਕਰਾਂ, ਕਿੰਨਾ ਕੁ ਸਮਾਂ ਯੂਜ਼ ਹੋ ਜਾਂਦਾ ਹੈ ਤੇ ਕਿੰਨਾ ਕੁ ਸਮਾਂ ਟਿਕ ਜਾਂਦਾ ਹੈ। ਅਗਰ ਮੈਂ ਹੇਅਰ ਪੈਚ ਦੀ ਗੱਲ ਕਰੀਏ, ਅਗਰ ਆਪਾਂ ਅੱਛੀ ਕੁਆਲਿਟੀ ਦਾ ਹੇਅਰ ਪੈਚ ਲੈਂਦੇ ਹਾਂ, ਉਹ ਨੀਅਰ ਅਬਾਊਟ ਉਹਦੀ ਲਾਈਫ ਕੋਈ ਲੌਂਗ ਲਾਸਟ ਕਰਦੀ ਹੈ ਸਾਲ ਤੋਂ 1.5 ਸਾਲ ਦੀ। ਬਾਕੀ ਅਪ ਟੂ ਯੂ ਕਿ ਅਗਰ ਤੁਸੀਂ ਆਪਾਂ ਕੋਈ ਕਸਟਮਰ ਅੱਛਾ ਮੇਨਟੇਨ ਕਰਕੇ ਰੱਖ ਰਿਹਾ, ਅੱਛੀ ਕੇਅਰ ਕਰ ਰਿਹਾ, ਤਾਂ ਉਹ ਤੋਂ ਉੱਪਰ ਵੀ ਕਾਫੀ ਲਾਈਫ ਨਿਕਲ ਜਾਂਦੀ ਹੈ। ਜੀ, ਸੋ ਜੇਕਰ ਗੱਲ ਕਰਾਂ ਤਾਂ ਸਾਲ ਤੋਂ ਉੱਪਰ ਇੱਕ ਨਿਕਲ ਜਾਂਦਾ ਹੇਅਰ ਪੈਚ ਦਾ, ਹੈ ਨਾ। ਸੋ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ, ਔਰ ਤੁਸੀਂ ਸਕਿਨ ਦੇ ਨਾਲ ਜਿਹੜੀਆਂ ਕਹਿ ਲਓ ਵੀ ਸਕਿਨ ਫਰੈਂਡਲੀ ਹੁੰਦੀਆਂ ਨਾ, ਉਹ ਯੂਜ਼ ਕਰਦੇ ਹੋ ਪ੍ਰੋਪਰਲੀ। ਉਹ ਸਕਿਨ ਫਰੈਂਡਲੀ ਪ੍ਰੋਡਕਟਸ ਆ ਸਾਰੇ, ਜਿੱਦਾਂ ਮਰਜ਼ੀ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ, ਕਿਉਂਕਿ ਇਹ ਜਿਹੜੇ ਸਾਰੇ ਪ੍ਰੋਡਕਟਸ ਹੈ ਸਾਰੇ ਬਣੇ ਹੀ ਸਕਿਨ ਵਾਸਤੇ ਹੈ, ਔਰ ਸਾਰੇ ਬਣੇ ਹੀ ਇਸ ਚੀਜ਼ ਵਾਸਤੇ ਜੋ ਕਿ ਬਿਲਕੁਲ ਵੀ ਇਹਦਾ ਜ਼ੀਰੋ ਸਾਈਡ ਇਫੈਕਟ ਹੈ। ਤਾਂ ਤੁਸੀਂ ਦੇਖਿਆ ਕਿਵੇਂ ਹੇਅਰ ਪੈਚਸ ਦੇ ਜਿਹੜੇ ਫਾਇਦੇ ਨੇ ਔਰ ਜਿਹੜੇ ਨੁਕਸਾਨ ਜਿਹੜੇ ਬਾਕੀ ਹੇਅਰ ਟ੍ਰਾਂਸਪਲਾਂਟ ਦੇ ਹੈਗੇ ਨੇ, ਕਿਉਂਕਿ ਜਿਹੜੇ ਸਰਜਰੀ ਦੇ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ, ਐਂਡ ਪੈਚਸ ਜਿਹੜੇ ਆ ਉਹ ਸਕਿਨ ਫਰੈਂਡਲੀ ਵੀ ਹੁੰਦੇ ਨੇ। ਸੋ ਤੁਸੀਂ ਫਾਇਦੇ ਨੁਕਸਾਨ ਦੇਖੀ ਔਰ ਦੇਖਿਆ ਕਿ ਕਿਵੇਂ ਤੁਸੀਂ ਇਹਨਾਂ ਹੇਅਰ ਪੈਚਸ ਨੂੰ ਕਿੰਨੇ ਟਾਈਮ ਤੱਕ ਯੂਜ਼ ਕਰ ਸਕਦੇ ਹੋ, ਕਿਵੇਂ ਯੂਜ਼ ਕਰ ਸਕਦੇ ਹੋ, ਔਰ ਤੁਹਾਡੀ ਫੇਸ ਅਕੋਰਡਿੰਗ ਜਿਹੜਾ ਹੈ ਉੱਥੇ ਤਿਆਰ ਕੀਤੇ ਜਾਂਦੇ ਨੇ। ਸੋ ਇਸੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਹੁਣ ਜੇਕਰ ਕਿਸੇ ਨੂੰ ਥੋੜਾ ਜਿਹਾ ਵੀ ਮਾਯੂਸੀ ਫੀਲ ਹੁੰਦੀ ਸੀਗੀ ਕਿ ਮੇਰੇ ਵਾਲ ਝੜ ਰਹੇ ਨੇ ਜਾਂ ਫਿਰ ਨੁਕਸਾਨ ਹੋ ਰਿਹਾ, ਤੇ ਉਹ ਜ਼ਰੂਰ ਸੰਪਰਕ ਕਰ ਸਕਦੇ ਨੇ। ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਹੁਣ ਆਪਣੀ ਦੋਸਤ ਅਮਨਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।
ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।